सिर्फ अल्लाह नहीं उसको कहना, नबी पाक की ज़ात को आपने अल्लाह ताला की ज़ात करार नहीं देना, उससे नीचे पढ़ाते चले जाओ। भाई पढ़ाते चले जाओ का की मतलब है, की रस्ता खोल रहे हो, ਲੋਕਾਂ ਨੂੰ ਕਿਉਂ ਇਹ ਮਤਾਂ ਦੇ ਰਹੇ ਹੋ? बढ़ाते चलो, ਉਹਨਾਂ ਨੂੰ ਆਖੋ ਜੋ ਸ਼ਰੀਅਤ ਵਿੱਚ ਆਇਆ ਤੁਸੀਂ ਉਹੀ ਬਿਆਨ ਕਰੋ, ਨਾ ਉਹਦੇ ਚ ਕਮੀ ਕਰੋ ਨਾ ਉਹਦੇ ਚ ਇਜ਼ਾਫਾ ਕਰੋ। ਮਾਸ਼ਾਅੱਲਾ। ਤਾਂ ਬਸ ਇੰਨੀ ਗੱਲ। ਅੱਛਾ, ਇਹ ਜਿਹੜਾ ਤੁਸੀਂ ਗੁਸਤਾਖੀ ਦਾ ਮਾਨਾ ਐਕਸਪਲੇਨ ਕੀਤਾ ਹੈ ਕਿ ਗੁਸਤਾਖੀ ਦਾ ਮਾਨਾ ਹੈ ਨਬੀ ਦੀ ਸ਼ਾਨ ਵਿੱਚ ਕਮੀ ਕਰਨਾ ਗੁਸਤਾਖੀ ਹੈ ਤੇ ਇਜ਼ਾਫਾ ਕਰੋਗੇ ਤਾਂ ਉਹ ਗੁਲੋ ਵਿੱਚ ਆਏਗਾ। ਇਹ ਦੱਸੋ ਇਹ ਗੁਸਤਾਖੀ ਦਾ ਮਾਨਾ ਤੁਸੀਂ ਕਿੱਥੋਂ ਲਿਆ ਹੋਵੇ? ਕਿਸੇ ਅਰਬੀ ਦੀ ਲੁਗਤ 'ਚ ਲਿਖਿਆ ਹੈ ਜਾਂ ਉਰਦੂ ਦੀ ਵਿੱਚ? ਗੁਸਤਾਖੀ ਦਾ ਮਾਨਾ ਹੋਣਾ ਹੈ ਬੇਸ਼ਰਮੀ ਕਰਨਾ, ਬਦਤਮੀਜ਼ੀ ਕਰਨਾ, ਤਹਕੀਰ ਕਰਨਾ, ਹਕਾਰਤ ਕਰਨਾ, ਬੇਬਾਕੀ ਕਰਨਾ, ਸ਼ੋਖੀ। ਤੇ ਤੁਸੀਂ ਇਹ ਗੁਸਤਾਖੀ ਦਾ ਮਾਨਾ ਆਪਣੀ ਡਿਕਸ਼ਨਰੀ ਤੇ ਨਹੀਂ ਕੋਈ ਖੋਲੀ ਉਹਦੇ ਵਿੱਚ ਲਿਖਿਆ ਹੋਏ? ਕਿੱਥੇ ਲਿਖਿਆ ਕਿ ਗੁਸਤਾਖੀ ਦਾ ਮਾਨਾ ਹੋਵੇ ਜਿਹੜਾ ਮੈਂ ਦੱਸਿਆ ਇਹ ਤੁਸੀਂ ਦੱਸਿਆ? ਇਹ ਜਿਹੜਾ ਰੇਖਤ ਵਾਲੀ ਡਿਕਸ਼ਨਰੀ ਤੁਸੀਂ ਖੋਲੀ ਹੈ ਨਾ, ਉਹਦੇ 'ਚ ਤੁਸੀਂ ਲਫ਼ਜ਼ ਬੋਲੇ ਆ ਤਹਿਕੀਰ ਕਰਨਾ। ਇਹ ਤਹਿਕੀਰ ਕਰਨਾ ਹੀ ਇਹ ਵੇ ਕਿ ਤੁਸੀਂ ਉਹਦੇ ਦਰਜੇ ਤੋਂ ਉਹਨੂੰ ਘਟਾ ਦੇਣਾ, ਯਾਨੀ ਉਹਨੂੰ ਹਕਾਰਤ ਦੀ ਨਿਗਾਹ ਨਾਲ ਦੇਖਣਾ, ਉਸ ਨਿਗਾਹ ਨਾਲ ਨਾ ਦੇਖਣਾ ਜਿਹਦਾ ਉਹ ਅਹਿਲ ਹੈ। ਇਹ ਜੇ ਇਹਦਾ ਹੀ ਨਾਂ ਗੁਸਤਾਖੀ। ਗੁਲਬ ਪਾਇਆ ਜਾਂਦਾ ਨਾ, ਉਹ ਹੀ ਉਹਦੇ ਵਿੱਚ ਮੇਰਾ ਇਖਤਲਾਫ ਹੈ ਬਸ। ਹੋਰ ਉਹਨਾਂ ਦੇ ਮੇਰਾ ਮੈਂ ਕਹਿਣਾ ਜਿਸ ਤਰ੍ਹਾਂ ਉਹਨਾਂ ਨੂੰ ਗੁਲਬ ਕਰਾਰ ਦੇ ਦਿੱਤਾ, ਇਸ ਤਰ੍ਹਾਂ ਦਾ ਮਿਰਜ਼ਾ ਸਾਹਿਬ ਨੇ ਜਿਹੜੇ ਮੰਨਣੇ ਵਾਲੇ ਤੇ ਮਿਰਜ਼ਾ ਸਾਹਿਬ ਨੇ ਜਿਹੜੀਆਂ ਕਿਤਾਬਾਂ ਲਿਖੀਆਂ ਉਹਨਾਂ ਨੂੰ ਗੁਲਬ ਕਰਾਰ ਦੇ ਕੇ ਸਾਰੀ ਕਹਾਣੀ ਨੂੰ ਖਤਮ ਕਰ ਦਿਓ, ਉਹ ਜੇ ਉਹਨਾਂ ਨੂੰ ਗਾਲਿਮ ਗਲੋਚ ਇਹ ਮੈਨੂੰ ਦੇਖੋ ਮਸਲਾ ਨਿਕਲਿਆ ਜੇ ਇੱਥੇ ਮੇਰੀ ਮੁੰਦਰੀ ਟੈ ਪਈ ਏ, ਇੱਥੇ ਗੱਲ ਆਵੇ ਤਾਂ ਚਾਸਾ ਆਉਂਦੀ ਹੈ ਨਾ। ਨਾਸਰ ਭਾਈ ਆਪਣੇ ਕੀ ਨਾਂ ਹੈ, ਨਜ਼ੀਰ ਭਾਈ, ਜੀ ਜੀ ਜੀ। ਹਰ ਆਦਮੀ ਜਾਣਦਾ ਅਲਤਾਫ ਹੁਸੈਨ ਅਲੀ ਨੂੰ? ਅਲਤਾਫ ਹੁਸੈਨ ਅਲੀ ਨੂੰ? ਹਾਂਜੀ। ਨਹੀਂ ਇਹ ਨਹੀਂ ਜਾਣਦੇ, ਤੇ ਮੈਂ ਤਾਂ ਜਾਣਦਾ। ਉਹ ਕਹਿੰਦਾ ਆਪਸ ਵਿੱਚ बढ़ाओ ना ताल्लुक ज्यादा, नफरत ज्यादा। ਉਹ ਫਾਇਦਾ ਕੀ ਉਹਨੂੰ ਸਮਝਾਉਣ ਦਾ ਜਿਹਨੂੰ ਪਤਾ ਹੀ ਨਹੀਂ ਅਲਤਾਫ ਹੁਸੈਨ ਅਲੀ ਸੀ ਕੌਣ? ਕੀ ਗੱਲ ਹੈ? ਜੀ ਸਹੀ ਗੱਲ। ਅੱਛਾ, ਮੈਂ ਇਹਦਾ ਮੈਨੂੰ ਜਵਾਬ ਦੇਣ ਲੱਗਾ ਵਾਂ ਕਿ ਮਿਰਜ਼ਾ ਸਾਹਿਬ ਦਾ ਜਿਹੜਾ ਗੁਲਬ ਹੈ ਉਹਨੂੰ ਕਿਉਂ ਨਹੀਂ ਤੁਸੀਂ ਗੁਲਬ ਮੰਨਦੇ ਆ? ਹਾਂ ਬਿਲਕੁਲ, ਤੁਸੀਂ ਬਿਆਨ ਕਰੋ ਕਿ ਦੇਖੋ ਨਬੀ ਪਾਕ ਦੀ ਸ਼ਾਨ ਤੇ ਐਨੀ ਸੀ, 100 ਨੰਬਰ ਦੀ ਸ਼ਾਨ ਸੀ, ਤੇ ਮਿਰਜ਼ਾ ਸਾਹਿਬ ਨੇ 110 ਨੰਬਰ ਦੀ ਬਿਆਨ ਕੀਤੀ ਹੈ। ਤੁਸੀਂ ਉਹਨੂੰ ਗੁਸਤਾਖੀ ਸ਼ੁਮਾਰ ਪੇ ਕਦੋਂ ਲਿਆਓ, ਕੋਈ ਹਵਾਲਾ ਪੇਸ਼ ਕਰੋ। ਮਿਰਜ਼ਾ ਸਾਹਿਬ ਨੇ ਅੰਬੀਆ ਦੀ ਸ਼ਾਨ ਨੂੰ ਹਮੇਸ਼ਾ ਘਟਾ ਕੇ ਬਿਆਨ ਕੀਤਾ, ਬਲਕਿ ਸ਼ਾਨ ਤੇ ਬਿਆਨ ਹੀ ਨਹੀਂ ਕੀਤੀ। ਜਿਸ ਬੰਦੇ ਦਾ ਇਹ ਅਕੀਦਾ ਹੋਵੇ ਕਿ ਇਲਜ਼ਾਮੀ ਰੰਗ ਵਿੱਚ ਨਬੀਆਂ ਨੂੰ ਸ਼ਰਾਬੀ ਕਿਹਾ ਜਾ ਸਕਦਾ ਹੈ, ਨਬੀਆਂ ਨੂੰ ਜ਼ਾਨੀ ਕਿਹਾ ਜਾ ਸਕਦਾ ਹੈ, ਚੋਰ ਡਾਕੂ ਕਿਹਾ ਜਾ ਸਕਦਾ ਹੈ, ਉਸ ਬੰਦੇ ਤੋਂ ਸ਼ਾਨ ਦੀ ਤਵੱਕੋ ਰੱਖਣਾ ਇੰਝ ਹੀ ਹੈ ਜਿਵੇਂ ਉਹ ਕਿਸੇ ਨੇ ਆਖਿਆ ਨਾ ਸ਼ਾਇਰ ਨੇ, ਹਮਕੋ ਉਨਸੇ ਵਫਾ ਕੀ ਹੈ ਉਮੀਦ ਜੋ ਨਹੀਂ ਜਾਣਤੇ ਵਫਾ ਕਿਆ ਹੈ। ਇਹਨੂੰ ਸ਼ਾਨ ਬਿਆਨ ਕਰਨ ਦਾ ਤੇ ਪਤਾ ਹੀ ਨਹੀਂ ਹੈ। ਇਹਨੇ ਤਾਂ ਗੁਸਤਾਖੀ ਕੀਤੀ ਹੈ ਹਰ ਜਗ੍ਹਾ, ਹਰ ਤਹਿਰੀਰ ਵਿੱਚ। ਅਗਰ ਕਿਰੇ ਗੁਲਬ ਕੀਤਾ ਹੈ ਤੇ ਉਹ ਮੈਨੂੰ ਬਿਆਨ ਕਰਕੇ ਦੱਸੋ ਵੀ ਇਹ ਗੁਲਬ ਸੀ, ਤੁਸੀਂ ਇਹਨੂੰ ਗੁਸਤਾਖੀ ਸ਼ੁਮਾਰ ਕਰਕੇ ਲਿਆਓ। ਬਾਕੀ ਜਿਹੜੇ ਬਰੇਲਮਾਸ ਉਹਨਾਂ ਦੇ ਜਿਹੜੇ ਨਬੀ ਦੀ ਸ਼ਾਨ ਵਿੱਚ ਕਮੀ ਕੀਤੀ ਹੈ ਉਹਨਾਂ ਦੇ ਬਾਰੇ ਕੀ ਤੁਹਾਡਾ ਖਿਆਲ ਹੈ? ਸਮਝ ਨਹੀਂ ਆਈ ਗੱਲ।
ਬਾਕੀ ਜਿਹੜੇ ਅੰਬਿਆ ਦੇ ਦੂਸਰੇ ਨੇ ਬਰੇਲਵੀਆਂ ਦੇ ਉਲਮਾ ਨੇ, ਉਹਨਾਂ ਨੇ ਤੇ ਨਬੀ ਪਾਕ ਦੀ ਸ਼ਾਨ ਵਿੱਚ ਕਮੀ ਕੀਤੀ ਹੈ ਨਾ। ਜਿਨਨੇ ਵੀ ਨਬੀ ਪਾਕ ਦੀ ਸ਼ਾਨ 'ਚ ਕਮੀ ਕੀਤੀ ਏ ਉਹ ਤੁਸੀਂ ਪੇਸ਼ ਕਰੋਗੇ ਤੇ ਸਾਨੂੰ ਕਿਸੇ ਦੇ ਘਰੋਂ ਨਾ ਖਤਮ ਦੇ ਚੌਲ ਆਵਣੇ ਨੇ, ਨਾ ਖੀਰ ਆਵਣੀ ਹੈ, ਨਾ ਹਲਵਾ ਆਵਣਾ ਹੈ, ਨਾ ਮੈਨੂੰ ਕੋਈ ਮਸਜਿਦ ਬਣਾਈ ਹੈ ਮੈਂ ਕਿਸ ਕੋਈ ਚੰਦਾ ਮੰਗਣਾ ਹੈ। ਮੈਨੂੰ ਕੋਈ ਕਿਸੇ ਨਾਲ ਕੋਈ ਗਰਜ਼ ਨਹੀਂ ਹੈ। ਉਹ ਖਤਮ ਦੀ ਖੀਰ ਵਗੈਰਾ ਉਹ ਤੇ ਖਤਮ ਦੀ ਤੁਸੀਂ ਖਾਂਦੇ ਹੀ ਨਹੀਂ ਹੋ, ਮੈਨੂੰ ਪਤਾ ਹੈ ਹਦੀਸਾਂ ਯਾਰ ਦਾ। ਮੈਨੂੰ ਉਹ ਕੀ ਅਗਰ ਕਿਸੇ ਗਲਤੀ ਨਾਲ ਨਾਲ ਦੇ ਵੀ ਦਵੋ ਉਹ ਚੁੰਗਲੀ ਮਾਰ ਕੇ ਉਲਟੀ ਕਰ ਦੇਣੇ, ਕਹਿੰਦੇ ਨੇ ਯਾਰ ਹਰਾਮ ਹੈ। ਮੈਨੂੰ ਕੀ ਕਿਸੇ ਨਾਲ ਹਮਦਰਦੀ ਹੈ? ਅਗਰ ਗਲਤ ਗੱਲ ਹੋਵੇਗੀ ਤਾਂ ਮੈਂ ਆਪਣੀ ਕਬਰੇ ਜਾਣਾ, ਮੈਂ ਉਹਨੂੰ ਗਲਤੀ ਕਹਾਂਗਾ। ਲਿਆਓ ਤੁਸੀਂ। ਨਹੀਂ ਲੇਕਿਨ ਮੈਂ ਇਹ ਨੋਟਿਸ ਕੀਤਾ ਹੈ, ਤੁਸੀਂ ਗਲਤ ਨਾ ਸਮਝਿਆ, ਮੈਂ ਸੱਚ ਕਹਿ ਰਿਹਾ ਕਿ ਤੁਸੀਂ ਨਾ ਬਰੇਲਵੀਆਂ ਦੇ ਖਿਲਾਫ ਬੋਲਦੇ ਹੋ, ਨਾ ਸ਼ੀਆ ਦੇ ਖਿਲਾਫ ਬੋਲਦੇ ਹੋ, ਨਾ ਦਿਓਬੰਦੀਆਂ ਦੇ ਖਿਲਾਫ ਬੋਲਦੇ ਹੋ। ਸਿਰਫ ਔਰ ਸਿਰਫ ਜਮਾਤ ਅਹਿਮਦੀਆ ਦੇ ਪਿੱਛੇ ਪਏ ਹੋਏ ਹੋ ਤੁਸੀਂ, ਹੱਥ ਮੂੰਹ ਮੈਂ ਧੋ ਕੇ। ਮੈਂ ਇਹਦੀ ਦੱਸਣਾ ਵਜ੍ਹਾ ਕੀ ਹੈ, ਇਹਦਾ ਕੀ ਕਾਰਨ ਕੀ ਹੈ? ਮੈਨੂੰ ਲੱਗਦਾ ਜਾਂ ਤੇ ਤੁਹਾਨੂੰ ਕੋਈ ਫਾਇਦਾ ਹੋ ਰਿਹਾ ਮਾਲੀ, ਜਾਂ ਤੁਹਾਨੂੰ ਕੋਈ ਅਦਾਰਾ ਪੈਸੇ ਦੇ ਰਿਹਾ ਹੈ, ਜਾਂ ਕੋਈ ਏਜੰਸੀ ਹੈ ਐਸੀ ਜਿਹੜੀ ਤੁਹਾਨੂੰ ਪੈਸੇ ਦੇ ਰਹੀ ਹੈ ਕਿ ਤੁਸੀਂ ਇਹ ਕੰਮ ਕਰੋ। ਖੁਫੀਆ ਏਜੰਸੀ ਚੀਜ਼ ਦਾ ਮਕਸਦ ਹੈ ਤੁਸੀਂ ਇੰਨੀ ਸਟਰਗਲ ਕਰਦੇ ਹੋ, ਬਾਈਕ ਲਾ ਕੇ ਤੇ ਜੇ ਨੜਾ ਪੜਾਉਂਦੇ ਹੋ, ਤੇ ਮੈਨੂੰ ਨਹੀਂ ਸਮਝ ਆਉਂਦੀ ਇਹਦੀ ਕੀ ਵਜ੍ਹਾ ਹੈ। ਮੈਂ ਸਮਝਾਣਾ। ਵਜ੍ਹਾ ਇਹ ਵੇ ਕਿ ਮੇਰੇ ਪਿੱਛੇ ਖੁਫੀਆ ਏਜੰਸੀਆਂ ਨੇ, ਉਹਨਾਂ ਮੈਨੂੰ ਬਿਠਾਇਆ ਇੱਥੇ ਟਿਕਟਾਕ ਦੇ ਉੱਤੇ। ਉਹ ਮੈਨੂੰ ਕਹਿੰਦੀਆਂ ਨੇ ਕਿ ਇਹ ਕੰਮ ਕਰ। ਜਿਹੜੇ ਬਰੇਲਵੀ ਨੇ ਔਰ ਜਿਹੜੇ ਦਿਓਬੰਦੀ ਨੇ ਔਰ ਜਿਹੜੇ ਸ਼ੀਆ ਨੇ ਔਰ ਜਿਹੜੇ ਅਹਿਲ ਹਦੀਸ ਨੇ, ਈਵਨ ਇੰਜੀਨੀਅਰ ਮੁਹੰਮਦ ਅਲੀ ਮਿਰਜ਼ਾ ਜਿਹਦੇ ਉੱਤੇ ਬਿਲ ਇਜਮਾ ਯਾਨੀ ਪੂਰੀ ਉਮਤ ਦਾ ਫਤਵਾ ਕੁਫਰ ਸਾਦਰ ਨਹੀਂ ਹੋ ਗਿਆ ਨਾ, ਉਹਨਾਂ ਦੇ ਵਿੱਚ ਜਿੰਨੀਆਂ ਗਲਤੀਆਂ ਹੋਣ ਓਨੀਆਂ ਤੇ ਬਿਆਨ ਕਰਨੀਆਂ ਚਾਹੀਦੀਆਂ ਨੇ। ਲੇਕਿਨ ਇਹਨਾਂ ਵਿੱਚੋਂ ਕੋਈ ਵੀ ਗਰੋਹ ਐਸਾ ਨਹੀਂ ਜਿਹਦੇ तमाम ਅਕਾਇਦ ਔਰ ਨਜ਼ਰੀਆਤ ਗਲਤ ਹੋਣ, ਜਾਂ ਕੋਈ ਜਿਹੜੀ ਵੱਡੀ ਬੁਨਿਆਦ ਹੈ ਉਹ ਹੀ ਕੁਫਰੀਆ ਹੋਵੇ। ਮਿਸਾਲ ਦੇ ਤੌਰ ਤੇ ਮਿਰਜ਼ਾ ਸਾਹਿਬ ਦਾ ਤਾਂ ਦਾਵਾ ਨਬੂਵਤ ਦਾ, ਇਹਨਾਂ 'ਚ ਕਿਸੇ ਪਾਸੇ ਵੀ ਨਬੂਵਤ ਦਾ ਦਾਵਾ ਕੋਈ ਨਹੀਂ। ਕਿਸੇ ਪਾਸੇ ਕੋਈ ਬੰਦਾ ਕਿਸੇ ਨੂੰ ਨਬੀ ਨਹੀਂ ਕਹਿੰਦਾ। ਅੱਛਾ ਚਲੋ ਮੈਂ ਠੀਕ ਹੈ, ਤੁਹਾਡੀ ਗੱਲ ਮੰਨ ਲਿਆ, ਤੁਸੀਂ ਬਿਲਕੁਲ ਦਰੁਸਤ ਫਰਮਾਇਆ। ਇਹਨਾਂ ਦੇ ਮਸਲਕਾਂ ਨੇ ਕਿਸੇ ਨੇ ਨਬੂਵਤ ਦਾ ਦਾਵਾ ਨਹੀਂ ਕੀਤਾ, ਤੇ ਬਾਉਲਾ ਇਰਾਨੀ ਨੇ ਨਬੂਵਤ ਦਾ ਦਾਵਾ ਕੀਤਾ ਸੀ, ਉਹਦੇ ਖਿਲਾਫ ਤੁਸੀਂ ਇੱਕ ਦਿਨ ਬਰੋਡ ਨਹੀਂ ਲਾਏ, ਇਹਦੀ ਕੀ ਵਜ੍ਹਾ ਹੈ? ਇਹ ਵੀ ਅੱਛਾ ਸਵਾਲ ਹੈ ਕਿ ਬਹਾਉਲਾ ਇਰਾਨੀ ਜਿਹੜਾ ਹੈ ਉਹ ਤੇ ਕਾਫਰ ਨੇ, ਉਹਨਾਂ ਦੇ ਖਿਲਾਫ ਕਿਉਂ ਨਹੀਂ ਆਣ? ਤੇ ਉਹ ਵੀ ਮੁਖਰਜ ਮਿਨਲ ਮਿਲਲਾ ਨੇ। ਇਹ ਬਹੁਤ ਅੱਛਾ ਸਵਾਲ ਹੈ। ਇਹਦਾ ਜਵਾਬ ਇਹ ਵੇ ਕਿ ਜਿਹੜੇ ਬਿਹਾਈ ਨੇ ਬਿਲਕੁਲ ਉਹ ਐਸੇ ਤਰ੍ਹਾਂ ਹੀ ਮਿਰਜ਼ਾਈਆਂ ਦੀ ਤਰ੍ਹਾਂ ਹੀ ਮੁਸਲਮਾਨਾਂ ਚੋਂ ਨਿਕਲ ਚੁੱਕੇ ਨੇ ਜਿਸ ਤਰ੍ਹਾਂ ਮੁਸਲਮਾਨਾਂ ਚੋਂ ਮਿਰਜ਼ਾਈ ਨਿਕਲ ਗਏ ਨੇ। ਲੇਕਿਨ ਉਹਨਾਂ ਨੂੰ ਇੱਕ ਐਜ ਹਾਸਲ ਹੈ, ਉਹ ਇਹ ਕਿ ਉਹ ਆਪਣੇ ਆਪ ਨੂੰ ਐਸੋਸੀਏਟ ਹੀ ਨਹੀਂ ਕਰਦੇ ਇਸਲਾਮ ਨਾਲ। ਉਹ ਆਪਣੇ ਆਪ ਨੂੰ ਮੁਸਲਮਾਨਾਂ ਤੋਂ, ਇਸਲਾਮ ਤੋਂ ਉਹਨਾਂ ਨੇ ਖੁਦ ਹੀ ਅਲੱਗ ਕਰ ਲਿਆ। ਮਿਰਜ਼ਾਈ ਜਿਹੜੇ ਨੇ ਉਹ ਉਹਨਾਂ ਵਾਲਾ ਹੀ ਅਕੀਦਾ ਬਿਆਨ ਕਰਕੇ, ਯਾਨੀ ਉਹਨਾਂ ਹਾਰੀ ਮੁਦੱਈਨ ਨਬੂਵਤ, ਉਹਨਾਂ ਹਾਰੀ ਲਾਮੀ ਕਲਾਮ, ਉਹਨਾਂ ਹਾਰੀ ਦਾਅਵੇ, ਲੇਕਿਨ ਐਸੋਸੀਏਸ਼ਨ ਨਾਲ ਮੁਸਲਮਾਨਾਂ ਦੇ ਨਾਲ ਇਹ ਧੱਕਾ ਕਰਦੇ ਨੇ। ਇੱਕ ਗੱਲ। ਦੂਸਰਾ ਇਹਦਾ ਜਵਾਬ ਇਹ ਵੇ ਕਿ ਜਿਹੜੇ ਬਿਹਾਈ ਨੇ ਨਾ, ਉਹਨਾਂ ਉੱਤੇ ਵੀ ਮੁਸਲਮਾਨ ਗੱਲਾਂ ਕਰਦੇ ਨੇ। ਐਂਟੀ ਕ੍ਰਿਸਚੈਨਿਟੀ ਵੀ ਮੁਸਲਮਾਨ ਗੱਲਾਂ ਕਰਦੇ ਨੇ, ਗੁਫ਼ਤਗੂ ਮੁਖਾਲਫਾਨਾ ਉਹਨਾਂ ਨਾਲ ਵੀ, ਕ੍ਰਿਸਚਨਾਂ ਨਾਲ ਵੀ ਕਰਦੇ ਨੇ। ਲੇਕਿਨ ਹਰ ਬੰਦੇ ਦੀ ਆਪਣੀ ਇੱਕ ਫੀਲਡ ਹੈ। ਜਿਹੜੇ ਬਿਹਾਈਆਂ ਨਾਲ ਕਰਦੇ ਉਹਨਾਂ ਬਿਹਾਈਆਂ ਨਾਲ ਕਰਨੀ, ਜਿਹੜੇ ਮਿਰਜ਼ਾਈਆਂ ਨਾਲ ਕਰਦੇ ਉਹਨਾਂ ਮਿਰਜ਼ਾਈਆਂ ਨਾਲ ਕਰਨੀ। ਮੈਨੂੰ ਇਹ ਏਜੰਸੀਆਂ ਨੇ ਦਿੱਤੇ ਹੈ ਸ਼ੋਭਾ, ਤੇ ਮੈਂ ਸ਼ੋਭੇ ਤੇ ਲੱਗਿਆ ਨਹੀਂ ਗੱਲ। ਅੱਛਾ ਇਹ ਖਲੀਫਾ ਮਸਰੂਰ ਨੇ ਵਿੱਚ 57 ਮੁਸਲਮਾਨਾਂ ਦੇ ਮੁਲਕ ਨੇ, ਤੇ ਉਹਨਾਂ 'ਚ ਕਦੇ ਕੋਈ ਬਰੋਡ ਦੇਖੀਏ ਕਿਸੇ ਹੋਰ ਮੁਸਲਮਾਨਾਂ ਦੇ ਮੁਲਕਾਂ ਦੇ ਕੋਈ ਬੰਦੇ ਹੋਏ ਤਾਂ ਉਹਨਾਂ ਨੇ ਬਰੋਡ ਲਈ ਹੋਏ ਆ ਇਹਨਾਂ ਦੇ ਖਿਲਾਫ, ਕਾਦੀਆਨੀਆਂ ਦੇ ਖਿਲਾਫ? ਇਹ ਸਿਰਫ ਪਾਕਿਸਤਾਨੀ ਕਿਉਂ ਲਗਾਉਂਦੇ ਨੇ? ਉਹ ਵੀ ਤਾਂ ਮੁਸਲਮਾਨ ਨਹੀਂ ਨੇ, ਉਹ ਤੁਹਾਡੇ ਨੂੰ ਅੱਛੇ ਮੁਸਲਮਾਨ ਨੇ, ਉਹ ਜ਼ਿਆਦਾ ਪਰਹੇਜ਼ਗਾਰ ਹੋ ਸਕਦੇ ਨੇ। ਉਹਨਾਂ ਨੇ ਕਦੇ ਬਰੋਡ ਦੇਖੀ ਹੈ ਲੱਗੀ ਹੈ? ਸਮਝ ਨਹੀਂ ਆਈ ਬਿਲਕੁਲ। ਬਾਤ ਬ੍ਰੇਕ ਆ ਤਾਂ ਬਾਕੀ 57 ਮਮਾਲਕ ਜਿਹੜੇ ਨੇ ਉਹਨਾਂ ਦੀ ਕਦੀ ਵੇਖੀ ਨਹੀਂ ਕੋਈ ਬਾਤ ਬਰਾੜ ਬ੍ਰੇਕ ਹੋ ਗਈ, ਸਮਝ ਨਹੀਂ ਆਈ। ਆਮਰ ਭਾਈ ਤੁਹਾਡੇ ਸਿਗਨਲ ਲੂਜ਼ ਨੇ। ਯਾਰ ਆਪਣੇ ਨਜ਼ੀਰ ਭਾਈ ਨੂੰ ਕਹੋ ਨਮਾਜ਼ ਪੜ੍ਹ ਲੈਣ, ਛੱਡਣ ਪੜਨ ਕਿੰਨਾ ਮੱਥਾ ਲਾ ਲਿਆ। ਮੈਨੂੰ ਤੁਸੀਂ ਨਮਾਜ਼ ਦੱਸੋ ਪੜ੍ਹੋ ਟਰੂ ਆਪਣੀ। ਮੁਸਲਿਮ ਸਾਹਿਬ ਤੁਹਾਨੂੰ ਕਿੰਨੇ ਪੈਸੇ ਦਿੰਦਾ ਖਲੀਫਾ ਮਸਰੂਰ? ਮੈਨੂੰ ਖਲੀਫਾ ਮਸਰੂਰ ਤੁਹਾਨੂੰ ਕਿੰਨੇ ਪੈਸੇ ਦਿੰਦਾ ਕਿ ਤੁਸੀਂ ਜਾ ਕੇ ਐਨ ਦੇ ਪ੍ਰੋਪੇਗੈਂਡੇ ਕਰੋ? ਔਰ ਮਿਰਜ਼ਾ ਸਾਹਿਬ ਨੂੰ ਤੁਸੀਂ ਬਿਲਕੁਲ ਬੁਰਾ ਨਹੀਂ ਆਖਣਾ ਕਿਉਂਕਿ ਉਹਨਾਂ ਦਾ ਬੜੇ ਉਹ ਭੋਲੇ ਭਾਲੇ ਜੇ ਸਨ। ਮੈਨੂੰ ਪੈਸੇ ਦੱਸ ਕਿੰਨੇ ਕੁ ਲੱਭਦੇ ਜੇ? ਮੈਂ ਪੈਸੇ ਨਹੀਂ ਲੈਂਦਾ, ਮੈਂ ਨਬੀ ਪਾਕ ਦੀ ਇੱਕ ਹਦੀਸ ਤੇ ਅਮਲ ਕਰਦਾ ਹਾਂ।
ਅਮਰ ਬਿਲ ਮਾਰੂਫ व ਨਹੀ ਅਲ ਮੁਨਕਰ। ਪਹਿਲੇ ਦੇਖੇ ਨੇਕੀ ਕਰਨ ਦਾ ਹੁਕਮ ਦਿੱਤਾ ਗਿਆ, ਇਹ ਬੁਰਾਈ ਤੋਂ ਬਚਣ ਦਾ ਹੁਕਮ ਦਿੱਤਾ ਗਿਆ। ਤੁਸੀਂ ਇਸ ਤਰ੍ਹਾਂ ਦੇ ਜਿਹੜੇ ਹਥਕੰਡੇ ਅਪਣਾਉਂਦੇ ਹੋ ਉਹਨਾਂ ਵਾਸਤੇ, ਇਹਦੇ ਵਾਸਤੇ ਮੇਰੇ ਮੁਲਕ ਪਾਕਿਸਤਾਨ ਦੀ ਬਦਨਾਮੀ ਹੁੰਦੀ ਹੈ, ਨਾ ਸਿਰਫ ਮੁਸਲਮਾਨਾਂ ਦੀ ਬਦਨਾਮੀ ਹੁੰਦੀ ਹੈ, ਇਸਲਾਮ ਦੀ ਬਦਨਾਮੀ ਹੁੰਦੀ ਹੈ ਕਿ ਤੁਸੀਂ ਉੱਥੇ ਅਕਲੀਤਾਂ ਦੇ ਉੱਤੇ ਜ਼ੁਲਮ ਕਰਦੇ ਹੋ। ਔਰ ਇਹਦਾ ਜੀਤਾ ਜਾਗਤਾ ਸਬੂਤ ਹੈ ਕਰਾਚੀ ਵਿੱਚ ਜਿਹੜਾ ਤੁਸੀਂ ਸਾਡੇ ਬੰਦਿਆਂ ਨੇ ਉੱਥੇ ਗੁੱਲ ਲਾਏ ਨੇ, ਉਹ ਕੋਈ ਡੱਕੀ ਛੁਪੀ ਗੱਲ ਨਹੀਂ ਹੈ। ਬਹੁਤ ਆਲਾ। ਅੱਛਾ, ਉਹਦਾ ਪਤਾ ਲੱਗ ਗਿਆ ਕਿ ਉਹਨਾਂ ਇਹ ਇੱਕ ਪਿੱਛੇ ਉਹਦੇ ਦੁਸ਼ਮਣੀ ਨਹੀਂ ਸੀ ਹੈ? ਹਾਂ, ਮੈਂ ਉਹ ਤੁਹਾਨੂੰ clear ਹੋ ਬਤਾਦਾ ਗਿਆ ਕੋਰਟ ਤੇ ਕਿ- FIR ਵਹਾਈ ਸੀ। ਹਾਂ ਨਹੀਂ, FIR ਨੂੰ ਛੱਡੋ, ਤੁਸੀਂ FIR ਤੇ ਆਪਣੀ ਮਰਜ਼ੀ ਨਾਲ ਉੱਥੇ ਲਿਖਦੇ ਨੇ, ਤੁਸੀਂ ਜੋ ਮਰਜ਼ੀ ਕਿਵੇਂ ਮਰਜ਼ੀ ਨਾਲ ਲਿਖ ਲਿਆ ਜੀ। ਹਲੀਫਾ ਮਸਰੂਰ ਬੇਟਾ ਹੈ, ਹਲੀਫਾਤੁਲ ਇਸਲਾਮ। ਉਹ ਮੇਰੀ ਉਹਦੀ ਗੱਲ ਜਿਹੜੀ ਸੁਣੋ, ਨਹੀਂ, ਹਲੀਫਾਤੁਲ ਇਸਲਾਮ ਬੈਠਾ ਹੈ ਮੱਥੇ ਦੇ ਉੱਤੇ, ਉਹਦਾ ਕੀ ਕਸੂਰ? ਉਹਨੇ ਕੋਈ ਮਿੰਗਣੇ ਲੈਣ ਬੈਠਾ ਹੈ ਉੱਥੇ, ਜੇ ਉਹਦੇ ਹੱਥ ਵਸ ਕੱਖ ਨਹੀਂ ਹੈ, ਚੰਦੇ ਲੈਣ ਵਾਸਤੇ ਬੈਠਾ ਹੈ। ਜੇ ਇੱਥੇ ਪਾਕਿਸਤਾਨ ਦੇ ਵਿੱਚ FIR ਵੀ ਉਹਨਾਂ ਦੀ ਮਰਜ਼ੀ ਦੀ ਨਹੀਂ ਹੋਣੀ, ਖਲੀਫਾਤੁਲ ਇਸਲਾਮ ਜਿਹਨੂੰ ਬਣਾਇਆ ਨੇ, ਠੀਕ ਹੈ, ਉਹਨੂੰ ਉੱਤੇ ਬਿਠਾ ਕੇ ਤੇ ਲੱਗੇ ਨੇ ਜੀ ਸਾਡੇ ਹਜ਼ੂਰ ਸਾਡੇ ਹਜ਼ੂਰ, ਉਹ ਕੀ ਮਿੰਗਣੇ ਲੈਣ ਬੈਠਾ ਹੈ? ਉਹਦੇ ਹੱਥ ਵਿੱਚ ਕੋਈ ਅਥਾਰਟੀ ਨਹੀਂ ਕਿਸੇ ਵੀ ਯਾਰ ਮੁਲਕ ਫੈਲ ਭਾਈ ਆਏ ਨਾ, ਇਹਨਾਂ ਨੂੰ ਉੱਤੇ ਲੈ ਲਓ। ਜੀ ਆਬਦ ਸਾਹਿਬ, ਨਹੀਂ, ਜਿਹੜਾ ਸਵਾਲ ਪੁੱਛਿਆ ਉਹ ਮੈਨੂੰ ਜਵਾਬ ਦੇਣ ਦਿਓ। ਸਵਾਲ ਤੁਸੀਂ ਆਪਣੀ ਮਰਜ਼ੀ ਦਾ ਕਰਦੇ ਹੋ, ਕੋਈ ਜਵਾਬ ਦੇ ਨਹੀਂ ਦਿੰਦੇ। ਦੇਖੋ ਨਾ, ਇੱਕ ਮਿੰਟ ਮੈਂ ਤੁਹਾਡੇ ਕੋਲ ਸਵਾਲ ਕਲੀਅਰ ਕਰ ਦੇਣਾ। ਤੁਸੀਂ ਜੀ ਏਡੀਆਂ ਦਰਦਾਂ ਤੁਸੀਂ ਲੈਣ ਪੁੱਛਿਆ ਉਹ ਜਿਹੜਾ ਵਾਕਿਆ ਕਰਾਚੀ ਵਾਲਾ, ਉਹ ਪਤਾ ਚੱਲੇ ਕੀ ਸੀ ਉਹਦੇ ਪਿੱਛੇ ਵਾਕਿਆ ਵੜ ਗਿਆ ਇਕੱਠੇ ਖੂਹ 'ਚ। ਤੁਸੀਂ ਮੈਨੂੰ ਇਹ ਦੱਸੋ ਕਿ ਇਹ ਜਿਹੜਾ ਮਿੰਗਣੇ ਲੈਣ ਵਾਸਤੇ ਬਿਠਾਇਆ ਨੇ ਖਲੀਫਾ ਮਸਰੂਰ, ਜੇ ਅਗਰ ਉਹਦੇ ਹੱਥ ਵਿੱਚ ਕੋਈ ਅਥਾਰਟੀਜ਼ ਹੀ ਨਹੀਂ ਹੈ, ਤੁਸੀਂ ਜੀ ਏਡਾ ਦਰਦ ਲੈ ਕੇ ਆਂਦੇ ਹੋ ਉਹ ਜੀ ਇੱਕ ਜਮਾਤ 'ਚ, ਕਿਉਂ ਦੱਸੋ? ਮੈਂ ਉਹ ਤਾਂ ਕੀ ਪਿਆ ਕਰਦਾ? ਇਨਸਾਫ ਕਰ ਸੱਚ ਦੀ ਗੱਲ ਕਰ ਰਿਹਾ, ਇਨਸਾਫ ਦੀ ਗੱਲ ਕਰ ਰਿਹਾ, ਅਮਨ ਅਮਾਨ ਦੀ ਗੱਲ ਕਰ ਰਿਹਾ। ਮੇਰਾ ਤੇ ਕੋਈ ਨਹੀਂ ਹੈ, ਕਿਸੇ ਨਾਲ ਵੀ ਜ਼ੁਲਮ ਜ਼ਿਆਦਤੀ ਹੋਏਗੀ ਤੇ ਮੈਂ ਉਹਦੇ ਹੱਕ 'ਚ ਆਵਾਜ਼ ਉਠਾਵਾਂਗਾ ਤੇ ਮਜ਼ਾਲਮ ਦੇ ਖਿਲਾਫ ਬੋਲਾਂਗਾ ਤੇ ਉਹਨੂੰ ਕਾਨੂੰਨ ਦੇ ਕਟਾਰੇ ਵਿੱਚ ਖੜਾ ਕਰਾਂਗਾ, ਉਹਨੂੰ ਸਖਤ ਸਖਤ ਸਜ਼ਾ ਦਿਲਾਉਣ ਦੀ ਕੋਸ਼ਿਸ਼ ਕਰਾਂਗਾ। ਮੇਰਾ ਤੇ ਇਹ ਮਨਸ਼ੂਰ ਹੈ। ਮੈਂ ਵੀ ਇਹ ਮਨਸ਼ੂਰ ਰੱਖਣਾ। ਵੇਖੋ ਜੀ, ਇੱਕ ਖਲੀਫਾ ਇਹਨਾਂ ਬਣਾਇਆ। ਪਹਿਲੇ ਤੁਸੀਂ ਜਿਹੜਾ ਨਾ ਮੈਨੂੰ ਕਟਹਿਰੇ 'ਚ ਖੜਾ ਕਰੋ, ਮੈਂ ਤੇ ਤੁਸੀਂ ਚੱਲਦੇ ਆ ਪਾਕਿਸਤਾਨ। ਪਹਿਲੇ ਤੁਸੀਂ ਮੈਨੂੰ ਸਜ਼ਾ ਦਿਓ। ਤੁਹਾਨੂੰ ਕਿਹੜੇ ਜੁਰਮ ਦੀ ਸਜ਼ਾ ਦਵਾ? ਕੀ ਕੀਤਾ ਹੈ ਦੱਸੋ ਤਾਂ ਸਹੀ ਨਾ। ਮੈਂ ਮਿਰਜ਼ੇ ਮਸਰੂਰ ਨੂੰ ਬਿਲਕੁਲ ਕਜ਼ਾਬ ਤੇ ਦਜਾਲ ਮੰਨਦਾ ਵਾਂ। ਮੈਨੂੰ ਜਿੱਥੇ ਲੱਭਾ ਮੈਂ ਇਹਨੂੰ ਫੜ ਕੇ ਤਫੇ ਸਟਾਂਗਾ। ਹੋਰ ਦੱਸੋ? ਹਾਂ, ਇਹ ਤਾਂ ਤੁਸੀਂ ਇੱਕ ਵਾਇਓਲੇਸ਼ਨ ਵਾਲੀ ਮਤਲਬ ਹੈ ਕਿ ਪ੍ਰਮੋਟ ਕਰ ਰਹੇ ਹੋ। ਤੇ ਦੂਏ ਨਜ਼ਰ ਤੇ ਨਾ ਆਮ ਮੁਕਤਦੀ ਨਹੀਂ, ਦੇਖੋ ਤੁਸੀਂ ਇੱਕ ਆਮ ਬੰਦਾ ਹੋ ਕੇ, ਆਮ ਮੁਕਤਦੀ ਟਾਈਪ ਹੋ ਕੇ ਇਹ ਗੱਲ ਕਰ ਰਹੇ ਹੋ ਕਿ ਮੈਂ ਉਹਨੂੰ ਫੜਾਂਗਾ ਤੇ ਤੱਫੇ ਮਾਰਾਂਗਾ ਤੇ ਕੁੱਟਾਂਗਾ। ਤੇ ਜਿਹੜੇ ਤੁਹਾਡੇ ਉੱਥੇ ਪਾਕਿਸਤਾਨ ਵਿੱਚ ਨੇ ਉਲਮਾ ਹਜ਼ਰਾਤ, ਉਹ ਵੀ ਇਸ ਤਰ੍ਹਾਂ ਹੀ ਤਸ਼ੱਦਦ ਪਰ ਉਕਸਾਉਂਦੇ ਨੇ ਲੋਕਾਂ ਨੂੰ। ਬਿਲਕੁਲ ਤੁਸੀਂ ਅਹਿਮਦੀਆ ਨੂੰ ਮਾਰੋ, ਤੁਸੀਂ ਜਿਹੜਾ ਨਾ ਕੁੱਟੋ, ਇਹ ਕਾਫਰ ਨੇ, ਇਹ ਪਾਕਿਸਤਾਨ ਦੇ ਦੁਸ਼ਮਣ ਨੇ। ਸਾਫ਼ ਲੈ ਕੇ ਦਿਓ ਤੇ ਨਤੀਜਾ ਇਹ ਕਰਾਚੀ ਵਾਲਾ ਵਾਕਿਆ ਹੋਇਆ ਨਾ, ਇਹਦਾ ਨਤੀਜਾ ਉਹਦੇ ਪਿੱਛੇ ਬੈਕਗ੍ਰਾਉਂਡ ਇਹ ਸੀ ਨਾ। ਅਗਲੇ ਮਹੀਨੇ ਮੈਂ ਪਾਕਿਸਤਾਨ ਜਾਣਾ ਹੈ। ਹੁਣ ਤੁਸੀਂ ਆ ਕੇ ਮੈਨੂੰ ਫੜ ਕੇ ਨਾ ਕਾਨੂੰਨ ਦੇ ਹਵਾਲੇ ਕਰਨਾ। ਐਡਰੈਸ ਦੱਸਾਂ ਪਾਕਿਸਤਾਨ ਦੀ? ਇਹ ਜਿਹੜੀ ਗੱਲ ਕੀਤੀ ਹੈ ਨਾ ਤੁਸੀਂ, ਮੈਂ ਉਹਨੂੰ ਫੜਾਂਗਾ ਤੇ ਕੁੱਟਾਂਗਾ, ਵੱਲਾ ਅਗਰ ਤੁਸੀਂ ਇੱਥੇ ਯੂਰਪ ਵਿੱਚ ਹੁੰਦੇ ਨਾ ਤੇ ਤੁਹਾਡੇ ਤੇ ਇਸ ਗੱਲ ਤੇ ਕੇਸ ਬਣ ਸਕਦਾ ਸੀ। ਮੈਂ ਯੂਰਪ ਵਿੱਚ ਹੀ ਬੈਠਾ ਨਾ, ਅਮਰੀਕਾ 'ਚ ਨਾ ਯਾਰ। ਤੁਹਾਨੂੰ ਪਤਾ ਹੈ ਧਮਕੀ ਦੇਣਾ ਕਿਤਨਾ ਬੜਾ ਜੁਰਮ ਹੈ ਇੱਥੇ ਯੂਰਪ ਵੜ ਗਈ, ਮੈਂ ਧਮਕੀ ਕੇ ਮੈਂ ਨੱਪ ਕੇ ਤਫੇ ਵੀ ਮਾਰਾਂਗਾ। ਨਹੀਂ, ਇਹ ਤਫੇ ਮਾਰਨ ਵਾਲੀ ਜਿਹੜੀ ਧਮਕੀ ਦੇ ਰਹੇ ਹੋ ਤੁਸੀਂ, ਤੁਹਾਨੂੰ ਪਤਾ ਹੈ ਕਿ ਇਹਦੀ ਤੁਹਾਨੂੰ ਜੇਲ੍ਹ ਹੋ ਸਕਦੀ ਹੈ 6 ਮਹੀਨੇ। ਹੋ ਜਾਏ ਕਰੋ ਨਾ ਕੁਝ ਤੁਸੀਂ ਕਰਦੇ ਐ ਨਹੀਂ। ਮੈਂ ਗੱਲਾਂ ਕਰੀ ਮੁਲਕ 'ਚ ਬੈਠੇ ਹੋ, ਮੈਂ ਹੁਣ ਹਰ ਮੁਲਕ ਵਿੱਚ ਨਹੀਂ ਪਹੁੰਚ ਸਕਦਾ। ਅਮਰੀਕਾ ਧੱਫੇ ਮਾਰਨ ਵਾਲੇ ਲੰਡਨ ਪਹੁੰਚ ਕੇ ਉਹਨਾਂ ਧੱਫੇ ਮਾਰ ਦਿੱਤੇ ਨਾ, ਫੇਰ ਕੁਝ ਨਹੀਂ ਕਰ ਸਕੇ। ਹਾਂ, ਕੀ ਕਰਨਾ? ਮਿਰਜ਼ਾ ਮਸਰੂਰ ਇੱਥੇ ਆਏਗਾ ਤੇ ਮੈਂ ਉਹਨੂੰ ਉੱਥੇ ਫੜ ਲਾਂਗਾ। ਅੱਛਾ, ਇਹ ਸਾਡੀ ਆਵਾਮ ਵਿੱਚ ਹੈ ਕਿਉਂ? ਇਹ ਮਤਲਬ ਤੁਹਾਨੂੰ ਕਿਸ ਪਾਗਲ ਨੇ ਕਿਹਾ? ਇਹ ਜਨੂਨ ਕਿਉਂ ਪਾਇਆ ਜਾਣਾ ਹੈ? ਪਾਗਲ ਨੇ ਕਿਹਾ ਕਿ ਯੂਰਪ ਵਿੱਚ ਬੈਠੇ ਹੋ ਤਾਂ ਧਮਕੀ ਦੇ ਕਮ ਕੋਈ 5-6 ਦਫਾ ਲੜਾਈ ਕਰ ਚੁੱਕਿਆ ਵਾਂ। ਠੀਕ ਹੈ, ਮੁਖਤਲਿਫ ਲੀਡਰ ਬਣਾਇਆ ਜਾਨੇ ਜਿਹੜਾ ਸਪਾਰਾ ਨਹੀਂ ਪੜ ਸਕਦਾ ਯਾਰ। ਇਹ ਸਾਡੀ ਆਵਾਮ ਵਿੱਚ ਇੱਕ ਹਿਸਟੀਰੀਆ, ਪਾਗਲਪਨ, ਜਨੂਨ ਕਿਉਂ ਪਾਇਆ ਜਾਣਾ ਕਿ ਕਾਦੀਆਨੀਆਂ ਨੂੰ ਮਾਰੋ, ਕੁੱਟੋ, ਇਹਨਾਂ ਨੂੰ ਧੱਕੇ ਮਾਰੋ? ਗੱਲ ਹੁਣ ਕਿਉਂ ਕੋਈ ਬਦਲ ਦਿਓ? ਆਬਦ ਸਾਹਿਬ ਤੁਸੀਂ ਬਚਾਓ ਨਾ, ਇਹਨਾਂ ਨੂੰ ਕਹੋ ਬਚਾਓ ਤੁਸੀਂ ਕਾਦੀਆਨੀਆਂ ਨੂੰ, ਤੁਹਾਨੂੰ ਹਮਦਰਦੀ, ਤੁਸੀਂ ਬਚਾਓ।
ਨਹੀਂ, ਅਸੀਂ ਤੇ ਹਦੀਸ ਤੇ ਇੱਕ ਅਮਲ ਕਰ ਰਹੇ ਹਾਂ। ਅਗਰ ਬੁਰਾਈ ਹੋ ਰਹੀ ਹੈ ਤੁਸੀਂ ਹੱਥ ਨਾ ਰੋਕੋ, ਹੱਥ ਨਾਲ ਨਹੀਂ ਰੋਕ ਸਕਦੇ, ਜ਼ਬਾਨ ਨਾ ਰੋਕੋ, ਜ਼ਬਾਨ ਨਾਲ ਨਹੀਂ ਰੋਕ ਸਕਦੇ, ਦਿਲ ਵਿੱਚ ਬੁਰਾ ਕਹੋ। ਦਿਲ ਵਿੱਚ ਬੁਰਾ ਕਰਨਾ ਇੱਕ ਰਾਈ ਦੇ ਦਾਣੇ ਇਤਨਾ ਈਮਾਨ ਤੁਹਾਡਾ ਵੇ, ਕਮਜ਼ੋਰ ਤਰੀਨ ਈਮਾਨ ਦੇਖੋ ਤੁਸੀਂ। ਮੈਂ ਕਾਦੀਆਨੀ ਆਹੋ ਜਿੱਥੇ ਜੀ, ਬੰਦੇ ਬਰੋਡ ਤੇ ਨੂੰ ਰੋਕੋ ਆ ਕੇ ਸਾਹਮਣੇ ਕਿਸੇ ਅਗਰ ਇਹ ਬਰੋਡ ਜਿਹੜੀ ਤੇ ਆ ਕੇ ਰੋਕੋ। ਕੈਸਰ ਮਲਕ ਨੇ ਗੱਲ ਕੀਤੀ ਹੈ ਮੈਂ ਧੱਫੇ ਮਾਰਾਂ, ਇਹ ਕਿਸੇ ਬੇਗਨਾਹ ਨੂੰ ਧੱਫੇ ਮਾਰੇ ਤਾਂ ਮੈਂ ਕੈਸਰ ਮਲਕ ਦਾ ਹੱਥ ਫੜ ਲਿਆਗਾ, ਮੈਂ ਇਹਨੂੰ ਹੱਥ ਨਾਲ ਆਓ ਨਾ, ਆਓ ਚਲੋ ਫੜੋ। ਜਗ੍ਹਾ ਦਿਓ। ਕਿਉਂਕਿ ਮੇਰੇ ਤੋਂ ਕਰੋ। ਦੂਰ ਹੈ, ਜਿਹੜੀ ਮੈਂ ਹੱਥ ਤੁਹਾਡੇ ਨਹੀਂ ਫੜ ਨਹੀਂ ਸਕਦਾ, ਤੁਸੀਂ ਦੂਰ ਹੈ ਇੱਥੇ ਮੇਰੇ ਕੈਮਰਾ ਤੋਂ। ਖੋਲ ਸਕੋ, ਤੁਸੀਂ ਨਹੀਂ। ਮਲਕ ਕੈਸਰ ਦੇ ਸਾਹਮਣੇ ਆਣਾ ਹੈ। ਮਲਕ ਕੈਸਰ ਮੇਰੇ ਤੋਂ ਦੂਰ ਹੈ, ਮੈਂ ਹੱਥ ਨਹੀਂ ਪਕੜ ਸਕਣਾ, ਲੇਕਿਨ ਮੈਂ ਆਵਾਜ਼ ਨਾਲ ਆਪਣੀ ਯਾਰ, ਜ਼ੁਬਾਨ ਨਾਲ ਕਹਾਂਗਾ ਕਿ ਮਲਕ ਤੁਹਾਡੇ ਕੈਸਰ, ਚ ਜ਼ਰੂਰਤ ਅਗਰ ਨਹੀਂ ਹੈ ਤੁਸੀਂ ਕਿ ਕਿਸੇ ਤੁਸੀਂ ਗੈਰ ਕੈਮਰਾ ਮੁਸਲਮ ਨੂੰ ਖੋਲ ਧੱਫੇ ਸਕੋ। ਮਾਰੋਗੇ ਤੇ ਤੁਹਾਡੀ ਗਲਤੀ ਹੈ, ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਇੱਕ ਜ਼ਿਆਦਤੀ ਕਰ ਰਹੇ ਹੋ ਕਿਸੇ ਨਾਲ। ਕਿਆਮਤ ਯਾਰ ਵਾਲੇ ਦਿਨ ਆਪਨ ਤੁਹਾਨੂੰ ਸਾਹਿਬ ਤੁਹਾਡੀ ਅਗਲਾ ਦਲੇਰੀ ਹੋਣ ਮਿਲੇਗਾ। ਵੇ ਨਾ, ਖੋਲੋ ਕੈਮਰਾ, ਮੈਂ ਕੈਮਰਾ ਖੋਲਦਾ ਪਿਆ। ਨਹੀਂ, ਕੈਮਰਾ ਖੋਲੋ ਖੋਲਣ ਦਾ ਕੈਮਰਾ। ਕੀ ਮਤਲਬ ਹੈ? ਮੈਂ ਦਲੇਰੀ ਐਡੇ ਵੇਖ ਰਹੀ ਹਾਂ ਦਲੇਰ ਅਸੀਂ ਸਾਡਾ ਕੈਮਰਾ ਖੁਲਾਉਂਦੇ ਪਏ ਹੋ। ਨਹੀਂ, ਮੈਂ ਸਿਕਿਉਰਿਟੀ ਰੀਜ਼ਨ ਦੀ ਵਜ੍ਹਾ ਨਾਲ ਮੈਂ ਕੈਮਰਾ ਨਹੀਂ ਖੋਲ ਸਕਦਾ। ਦੂਆ ਮੂੰਹ ਸਾਹਮਣੇ ਆ ਜਾਏਗਾ, ਇਹ ਤੇ ਨਾ ਕਰੋ। ਮੈਂ ਕਹਿਣਾ ਜੀ ਪਾਕਿਸਤਾਨ ਦੇ ਵਿੱਚ ਨਾ ਮਲਕ ਸਾਹਿਬ ਕੈਮਰਾ ਖੋਲੋ, ਤੁਸੀਂ ਅੱਜ ਆਪਣਾ ਦੀਦਾਰ ਕਰਾ ਦਿਓ ਸਾਰਿਆਂ ਨੂੰ। ਮਲਕ ਸਾਹਿਬ ਨਹੀਂ ਕਰੋ ਯਾਰ। ਜੀ, ਖੋਲੋ ਜੀ ਕੈਮਰਾ, ਖੋਲੋ ਨਹੀਂ ਕੈਮਰਾ। ਯਾਰ, ਮੈਂ ਨਹੀਂ ਖੋਲਦਾ ਯਾਰ। ਔਰ ਨਾ ਡਰਾਓ ਇਹਨੂੰ। ਮਲਕ ਕਹਿੰਦੇ ਸਾਹਿਬ ਤੁਸੀਂ ਇਹ ਗੱਲਾਂ ਨਾਲ ਹੀ ਧੱਫੇ ਵੀ ਮਾਰੋਗੇ ਐਂ ਜੀ, ਜੇ ਇੰਨੇ ਬਹਾਦਰ ਹੋ ਖੋਲੋ ਕੈਮਰਾ। ਨਹੀਂ ਯਾਰ, ਨਹੀਂ ਕੈਮਰਾ ਬੰਦਾ ਅਗਰ ਮਲਕ ਧੱਫੇ ਮਾਰ ਕੈਮਰਾ ਸਕਦਾ ਖੋਲ ਕਿਤੇ, ਦਵੇ, ਤੁਸੀਂ ਕੁੱਟ ਕੈਮਰਾ ਸਕਦਾ। ਖੋਲੋਗੇ? ਨਹੀਂ, ਕੈਸਰ ਮਲਕ ਕੈਮਰਾ ਖੋਲੇ ਨਾ ਪਹਿਲੇ, ਇਹਨਾਂ ਕਿਹਾ ਮੈਂ ਧੱਫੇ ਮਾਰਾਂਗਾ, ਬਹਾਦਰ ਇਤਨੇ ਬਣ ਰਹੇ ਨੇ ਕੈਮਰੇ ਤੇ ਆਪਣੀ ਤੁਸੀਂ ਸ਼ਕਲ ਕੈਮਰਾ ਖੋਲੋਗੇ ਜੇ ਮਲਕ ਕੈਸਰ ਕੈਮਰਾ ਖੋਲ ਦੇ? ਹਾਂ, ਮੈਂ ਕੈਮਰਾ ਖੋਲਾਂਗਾ, ਚੁੱਕੋ ਕਸਮ। ਕਸਮ ਕੈਮਰਾ ਖੋਲਾਂਗਾ ਬਸ। ਮਲਕ ਕੈਸਰ ਮਲਕ ਸਾਹਿਬ ਕੈਸਰ ਸਾਹਿਬ ਸਾਹਮਣੇ ਆਪਣੇ ਬਹਾਦਰ ਹੋਣ ਦਾ। ਕਸਮ ਨਹੀਂ, ਪੈਸੇ ਲਾਓ, ਪੈਸੇ। ਨਹੀਂ, ਤੁਸੀਂ ਕੈਸਰ ਸਾਹਿਬ ਸਾਹਮਣੇ ਆਓ, ਫਿਰ ਮੈਨੂੰ ਵੀ ਪਤਾ ਲੱਗੇ ਕਿਤਨੇ ਪੈਸੇ ਲੈ ਕੇ ਦਿਓ, ਮਜ਼ੇ ਬਦਲਦੇ ਨੇ, ਪੈਸੇ ਕਿੱਥੋਂ ਕਿ ਦੇਣੇ? ਮੈਂ ਉਹਨੂੰ ਧੱਫੇ ਮਾਰਾਂਗਾ ਤੇ ਕਾਨੂੰਨ ਕੁਝ ਨਹੀਂ ਵਿਗਾੜ ਸਕਦਾ, ਆ ਕੇ ਮੈਨੂੰ ਰੋਕ ਲਿਓ। ਪਾਕਿਸਤਾਨ ਆਉਣ ਦਾ ਵੀ ਤੁਸੀਂ ਕਿਹਾ ਫਲਾਹ ਤਾਰੀਖ ਆ ਰਿਹਾ ਤੇ ਮੈਂ ਕਾਦੀਆਨੀਆਂ ਨੂੰ ਧੱਫੇ ਮਾਰਾਂਗਾ, ਕੁੱਟਾਂਗਾ ਫੜ ਕੇ ਉਹਨਾਂ ਨੂੰ। ਉਹ ਕਾਦੀਆਨੀਆਂ ਨੂੰ, ਖਲੀਫਾ ਮਸਰੂਰ ਨੂੰ ਸਿਰਫ ਐਵੇਂ ਗੱਲ ਨਾ। ਤੇ ਮਲਕ ਕੈਸਰ ਸਾਹਿਬ ਆ ਜਾਓ, ਆਪਣਾ ਜ਼ਰਾ ਚਿਹਰਾ ਦੱਸ ਦਿਓ ਤੇ ਫਿਰ ਇਹ ਗੱਲ ਰਿਪੀਟ ਕਰ ਦਿਓ ਕੈਮਰੇ ਦੇ ਉੱਤੇ। ਨਹੀਂ ਕੈਮਰਾ ਨਹੀਂ ਆ। ਨਹੀਂ, ਮੈਂ ਕਦੇ ਜ਼ਿੰਦਗੀ 'ਚ ਕੈਮਰਾ ਨਹੀਂ ਖੋਲਿਆ, ਕਦੇ ਜ਼ਿੰਦਗੀ 'ਚ ਕੈਮਰਾ ਨਹੀਂ ਖੋਲਿਆ। ਤੰਬੀ ਨਾਲ ਲਓ ਜੀ, ਮਲਕ ਕੈਸਰ ਡਰ ਗਿਆ, ਮਲਕ ਕੈਸਰ ਡਰ ਗਿਆ। ਤੁਹਾਡੀ ਤੰਬੀ ਨਾਲ ਹੀ ਗਿੱਲੀ ਹੋ ਗਈ ਇੰਨੀ ਵੱਡੀ ਗੱਲ ਕਰਕੇ। ਮੈਂ ਅੱਜ ਤੱਕ ਕਦੇ ਕੈਮਰੇ ਤੇ ਆਇਆ ਨਹੀਂ ਹੈ ਬਾਈ, ਸਾਫ਼ ਜਿਹੜੀ ਗੱਲ ਹੈ। ਯਾਰ ਮਲਕ ਸਾਹਿਬ, ਆ ਕੁੱਟਾਂਗਾ ਮਿਰਜ਼ਿਆਂ ਨੂੰ, ਜਿੰਨਾ ਕਹਿੰਦੇ ਹੋ ਮੈਂ ਉਹਨੂੰ ਕੁੱਟਾਂਗਾ। ਲੈ ਲਓ ਫੋਟੋ ਵੀ ਲੈ ਲਓ, ਦੇਖ ਵੀ ਲਵੋ, ਬੁੱਢਾ ਆਦਮੀ ਆ, ਜੀ ਉਹ ਫਿਰ ਬਜ਼ੁਰਗ ਵੀ ਹੋ ਉਹਨੂੰ ਗਏ, ਕੁੱਟਾਂਗਾ, ਕਰ ਲਓ ਜੋ ਕਰਨਾ। ਬਜ਼ੁਰਗ ਹੋ ਗਏ। ਹਾਂ, ਨਹੀਂ ਮੈਂ ਕਿਹਾ ਕਰ ਲਓ ਜੋ ਕਰਨਾ ਜੇ। ਨਹੀਂ ਪਤਾ ਕਿ ਮੈਂ ਕਦੀ ਐ ਕੈਮਰਾ ਵੀ ਮਾਰ ਓਪਨ ਕੇ ਕੀਤਾ ਹੀ ਨਹੀਂ, ਅੱਜ ਤੱਕ ਮੈਂ ਕੈਮਰਾ ਨਹੀਂ ਓਪਨ ਕੀਤਾ ਤੇ ਝੂਠੇ ਲੋਕ ਨਾਲ ਅੱਜ ਕੋਈ ਨਹੀਂ। ਕੈਸਰ ਸਾਹਿਬ ਤੁਸੀਂ ਜ਼ਬਾਨੀ ਇੰਜ ਕਮਰੇ 'ਚ ਬਹਿ ਕੇ ਕੁੰਡੀ ਲਾ ਕੇ ਉੱਤੇ ਕੰਬਲ ਕਰਕੇ ਤੇ ਫਿਰ ਇੰਜ ਧਮਕੀਆਂ ਦਿੰਦੇ ਹੋ। ਫਵਾਸ ਵੀ ਬੇਵਕੂਫ ਹੈ, ਬਸ ਐਵੇਂ ਮੈਨੂੰ ਫਸਾ ਦਿੱਤਾ ਸੀ। ਯਾ ਵੇਖੋ ਤੰਬੀ ਗਿੱਲੀ ਕਰਾ ਲਈਏ ਨਾ, ਤੁਹਾਨੂੰ ਕਿੰਨੇ ਆਖਿਆ? ਮੈਨੂੰ ਹੈਰਤ ਇਹ ਗੱਲ ਹੈ ਕਿ ਮੇਰੇ ਕੈਮਰਾ ਕਰਨ ਨਾਲ ਤੁਹਾਡਾ ਕੀ ਤਾਲੁਕ ਹੈ? ਆਬਦ ਸਾਹਿਬ ਤੁਸੀਂ ਤੇ ਖੋਲੋ ਨਾ ਕੈਮਰਾ। ਨਹੀਂ, ਤੁਸੀਂ ਖੋਲੋਗੇ ਤਾਂ ਮੈਂ ਕਮਿਟਮੈਂਟ ਕਰ ਲਈ ਹੈ, ਤਾਂ ਮੈਂ ਕਮਿਟਮੈਂਟ ਪੂਰੀ ਕਰਨੀ ਹੈ। ਤੁਸੀਂ ਖੋਲੋ ਕੈਮਰਾ, ਸਾਹਮਣੇ ਆਓ, ਉਹ ਗੱਲ ਰਿਪੀਟ ਕਰੋ ਤੇ ਫਿਰ ਮੈਂ ਕੈਮਰਾ ਨਾ ਖੋਲਾਂ ਤਾਂ ਤੁਸੀਂ ਕਹਿਣਾ ਯਾਰ ਗੱਲ ਰਿਪੀਟ ਦੀ ਨਹੀਂ ਹੈ, ਗੱਲ ਦੀ ਕੈਮਰਾ ਖੋਲਣ ਦੀ ਗੱਲ ਹੈ। ਐਡੇ ਨਾਲ ਗੱਲ ਵੀ ਬਣੋ। ਨਹੀਂ ਗੱਲ ਨਹੀਂ ਰਿਪੀਟ ਕਰਨੀ ਯਾਰ, ਇਸ ਤਰ੍ਹਾਂ ਨਹੀਂ। ਮਲਕ ਸਾਹਿਬ ਇਹ ਕੱਖ ਨਹੀਂ ਕਰ ਸਕਦੇ, ਤੁਸੀਂ ਆ ਜਾਓ ਸਾਹਮਣੇ, ਸਾਹਿਬ ਦਾ ਜੇ ਕੁਛ ਕਰਨ ਮੈਂ ਜ਼ਿੰਮੇਦਾਰ। ਮਲਕ ਸਾਹਿਬ ਤੋਂ ਡਰ ਗਏ, ਮਲਕ ਸਾਹਿਬ ਤੋਂ ਡਰ ਗਏ। ਮਲਕ ਸਾਹਿਬ ਨਹੀਂ ਡਰੇ, ਮਲਕ ਸਾਹਿਬ ਨਿਕਲ ਗਈ ਹੈ ਗਵਾਰੇ ਜੋ ਮਤਲਬ ਹੈ ਹਾਲੇ ਤੱਕ ਤੁਹਾਡੀਆਂ ਨਿਕਲੀ ਦੀਆਂ ਜਿਹੜੇ ਨਸ ਕੇ ਚੁੱਕਦੇ ਹੋ। ਕਦੀਆਂ ਹਵਾ ਨਿਕਲਦੀ ਹਵਾ ਨਿਕਲ ਤੇ ਉਹ ਵੱਡੀ ਸਕਰੀਨ ਤੇ ਕਰੋ ਓਏ ਉਹਨੂੰ ਮੋਡਰੇਟਰ। ਪੇਚਸ ਲੱਗ ਜਾਣਾ, ਛੱਡੋ ਪਰੇ ਮਲਕ ਸਾਹਿਬ। ਉਹ ਨਸ ਗਿਆ ਜੇ।
ਇਹ ਦੇਖੋ ਖਿੜਕੀ ਚੋਂ ਖੂਬਸੂਰਤ ਨਜ਼ਾਰੇ ਮੇਰੇ ਪਿਆਰੇ ਅਮਜੀਤ ਅੱਛਾ ਤੇ ਕਿਤੇ ਧੱਫੇ ਮਾਰ ਕੇ ਉੱਥੇ ਬੜੇ ਮਾਰੇ ਇਹ 1.5 ਕਿਲੋ ਜਿਹੜਾ ਨਾ 6 ਮਹੀਨਿਆਂ ਚ ਨਹੀਂ ਖਾਂਦੇ। ਮੈਂ ਇਹ ਕਸਮ ਖਾਈ ਸੀ ਕਿ ਮੈਂ ਕੈਮਰਾ ਖੋਲਾਂਗਾ। ਠੀਕ ਹੈ, ਮੈਂ ਹੁਣ ਵਾਅਦਾ ਪੂਰਾ ਕਰ ਸਕਦਾ, ਮੈਂ ਆਪਣਾ ਕੈਮਰਾ ਖੋਲਣਾ। ਆਪਣੀ ਬੂਥੀ ਵੀ ਨਾਲ ਦਿਖਾਣੀ ਹੈ। ਹੈਲੋ, ਆ ਵੇਖ ਲਓ ਜੀ, ਹੀਟਿੰਗ ਇਹਨਾਂ ਨੂੰ ਲੱਭ ਗਈ ਹੈ। ਕਰਜ਼ੇ ਲੈ ਲੈ ਕੇ ਨਾ ਉਹ ਅਜ਼ੀਲਾਂ ਲੈ ਲੈ ਕੇ ਵਾਅਦਾ ਪੂਰਾ ਹੀਟਿੰਗ ਲੱਭ ਗਈ ਹੈ। ਖੋਲ ਦਿੱਤਾ ਤਾਂ ਮੇਰਾ ਕੋਈ ਮਿਟਨਿਸ ਨਹੀਂ ਹੋਈ ਕਿ ਮੈਂ ਸਾਹਮਣੇ ਆ ਗਿਆ। ਨਾ ਹੀ ਤੁਸੀਂ ਕਿਹਾ ਸੀ ਤੁਸੀਂ ਜਾ ਓਏ, ਉਹ ਜਾ ਓਏ। ਤੂੰ ਆਪਣੇ ਆਪ ਨੂੰ ਆਪੇ ਹੀ ਸਾਬਤ ਕਰ ਦਿੱਤਾ। ਤੂੰ ਔਰ ਮੈਂ ਮੁਸਲਮਾਨ ਕੈਮਰਾ ਖੋਲਿਆ। ਔਰ ਤੇਰਾ ਮੁਸਲਮਾਨਾਂ ਦਾ ਮੁਸਲਮਾਨ ਹੋਵੇ ਵਾਸਤਾ ਤੇ ਹੀ ਕੋਈ ਕਰਕੇ ਰੋਜ਼ਾ ਬੰਦਾ ਮੁਸਲਮਾਨ ਹੋਵੇ ਤੇ ਡਰਪੋਕ ਆਦਮੀ ਉਹ ਤੁਹਾਨੂੰ ਰੈਡੀਏਟਰ ਦਿਖਾਉਂਦਾ ਪਿਆ। ਉਹ ਦੁਰ ਫਿਟੇ ਬੋਈ, ਉਹ ਦੁਰ ਫਿਟੇ ਬੋਈ, ਵੱਡਾ ਸ਼ੇਰ। ਇਹ ਹੱਕ ਦੀ ਗੱਲ ਕਰੇਗਾ। ਇਹ ਹੁੰਦੇ ਨੇ ਜੇ ਮੁਸਲਮਾਨ। ਦੇਖੋ ਜੀ ਤੁਸੀਂ ਮੈਨੂੰ ਕਿਹਾ ਤੇ ਤੁਸੀਂ ਮੈਨੂੰ ਕਹਿਣਾ ਸੀ ਨਾ ਮੈਂ ਕੈਸਰ ਸਾਹਿਬ ਕਿ ਕੈਮਰੇ ਦੇ ਸਾਹਮਣੇ ਆਓਗੇ। ਤੁਸੀਂ ਸਿਰਫ ਕਿਹਾ ਸੀ ਕੈਮਰਾ ਖੋਲੋਗੇ। ਮੈਂ ਕਿਹਾ ਹਾਂ ਕਸਮ ਸੇ ਇਹ ਕੈਮਰਾ ਸਾਰੇ ਇਹੋ ਜਿਹੇ ਨਾ ਮਾਰਨਾ, ਸਾਰੇ ਹੀ ਬਗੈਰ ਚ ਜਿੰਨੇ ਵੀ ਨਾ। ਮਤਲਬ ਇਹ ਨੇ ਕੋਈ ਗੱਲ ਨਹੀਂ ਹੁੰਦੀ, ਕੋਈ ਕਿਸੇ ਦਾ ਕੁਝ ਨਹੀਂ ਕਰ ਸਕਦਾ। ਆਬਦ ਸਾਹਿਬ ਫੇਰ ਵੀ ਇਹਨਾਂ ਨੂੰ ਜਲਾਬ ਲੱਗੇ ਹੁੰਦੇ ਜੇ, ਯਕੀਨ ਕਰੋ। ਹਾਂ ਕੋਈ ਨਹੀਂ ਕੈਸਰ ਸਾਹਿਬ ਕਿਸੇ ਨੂੰ ਧਮਕੀ ਦੇਣਾ, ਈਮੇਲ ਕਰਨਾ, ਇਸ ਤਰ੍ਹਾਂ ਦੀ ਧਮਕੀਆਂ ਧਮਕੀ ਉਹ ਯਾਰ ਕੁਝ ਨਹੀਂ ਹੁੰਦਾ। ਉਹ ਭਾਈ ਧਮਕੀ ਦੀ ਗੱਲ ਕਰ ਰਿਹਾ ਮੈਂ, ਖੁਦਾ ਦੀ ਕਸਮ ਚੁੱਕ ਕੇ ਕਹਿਣਾ ਮੈਂ ਤੱਪੇ ਵੀ ਮਾਰੇ ਦੇ ਨੇ ਲੋਕਾਂ ਨੂੰ। ਬਸ ਉਹ ਲੋਕ ਕੋਈ ਐਵੇਂ ਚਵਲ ਸ਼ੋਧੇ ਜਿਹੇ ਹੋਏ ਨੇ, ਉਹਨਾਂ ਨੂੰ ਕਾਨੂੰਨ ਦਾ ਨਹੀਂ ਪਤਾ ਹੋਇਆ, ਚੁੱਪ ਕਰ ਗਏ ਨੇ। ਉਹ ਗੋਰੇ ਨੇ ਉਹ ਭਾਈ ਸਾਰੇ ਕਾਨੂੰਨ ਇਹਨਾਂ ਨੂੰ ਪਤਾ ਨੇ। ਉਹ ਗੋਰੇ ਐਵੇਂ ਜੰਕੀ ਮੰਕੀ ਜੇ ਨਸ਼ਈ ਵਗੈਰਾ ਹੋਣੇ ਨੇ, ਉਹਨਾਂ ਨੂੰ ਕੀ ਪਤਾ ਤੁਸੀਂ ਕਿਸੇ ਚੰਗੇ ਭਲੇ ਬੰਦੇ ਹੁੰਦੇ ਨਹੀਂ, ਉਹ ਚੰਗੇ ਭਲੇ ਬੰਦੇ ਹੁੰਦੇ ਨਹੀਂ। ਤੁਸੀਂ ਕਿੱਥੇ ਗੋਰਿਆਂ ਨੂੰ ਮਾਰ ਸਕਦੇ ਹੋ? ਤੁਹਾਡੀ ਆਵਾਜ਼ ਤੋਂ ਲੱਗ ਰਿਹਾ ਤੁਸੀਂ ਕਿਤਨੇ ਪੱਪਰ ਗਏ ਹੋ। ਭਾਈ ਜੀ ਮੈਂ ਤੁਹਾਨੂੰ ਇਹ ਗੱਲ ਗਾਰੰਟੀ ਦੇ ਨਾਲ ਕਹਿ ਰਿਹਾ ਵਾਂ, ਕਸਮ ਖਾ ਕੇ ਕਹਿ ਰਿਹਾ ਵਾਂ, ਠੀਕ ਹੈ, ਕਿ ਇੱਕ ਤਫਾ ਮਾਰਨ ਤੇ ਪੁਲਿਸ ਕੁਝ ਵੀ ਨਹੀਂ ਕਰਦੀ। ਇਹ ਮੈਂ ਤੁਹਾਨੂੰ ਲਿਖ ਕੇ ਦੇ ਰਿਹਾ ਵਾਂ। ਉਹ ਬਾਈ ਫਿਜ਼ੀਕਲ ਅਸੌਲਟ ਹੈ, ਕਿਸ ਤਰ੍ਹਾਂ ਕਹਿ ਸਕਦੇ ਹੋ ਪੁਲਿਸ ਕੁਝ ਨਹੀਂ ਕਰਦੀ? ਮੈਂ ਤੁਹਾਨੂੰ ਕਹਿ ਰਿਹਾ ਵਾਂ, ਲਿਖ ਕੇ ਦੇ ਰਿਹਾ ਵਾਂ। ਇਸ ਗੱਲ ਤੇ ਮੈਂ ਕਸਮ ਚੁੱਕ ਰਿਹਾ, ਮੈਂ ਤੁਹਾਡੀ ਤਰ੍ਹਾਂ ਝੂਠ ਨਹੀਂ ਬੋਲਦਾ। ਮੈਂ ਬਿਲਕੁਲ ਸਟੇਟ ਫਾਰਵਰਡ ਕਸਮ ਚੁੱਕ ਕੇ ਕਹਿ ਰਿਹਾ ਵਾਂ ਕਿ ਮੈਂ 5 ਤੋਂ 6 ਦਫਾ ਇੱਕ ਤਫਾ ਮਾਰਿਆ ਉਸ ਤੇ ਪੁਲਿਸ ਕੁਝ ਪਾਣ ਵਾਲੇ ਭਾਈ ਇੱਕ ਦਫਾ ਤੁਸੀਂ ਵੀ ਮਾਰਿਆ, ਤੁਸੀਂ ਕੈਬ ਲਾ ਲਿਆ। ਪਤਾ ਕੀ ਹੋਇਆ ਜੀ, ਹੈ ਗੱਲ ਸੁਣੋ, ਖਾ ਕੇ ਵੀ ਸ਼ਰਮਿੰਦਾ ਨਹੀਂ ਹੁੰਦੇ। ਗੱਲ ਸੁਣੋ ਨਾ। ਹਾਲਾਂਕਿ ਤੁਹਾਨੂੰ ਪਤਾ ਬੰਗਾਲੀ ਕਿਤਨੇ ਕਾਈਏ ਹੁੰਦੇ ਨੇ। ਮੈਂ ਉਹਨਾਂ ਦਿਨਾਂ ਨਾ ਟੈਕਸੀ ਚਲਾਉਂਦਾ ਸੀ, ਅੱਜ ਤੋਂ ਕੋਈ 4-5 ਸਾਲ ਪਹਿਲੇ ਦੀ ਗੱਲ ਹੈ। ਇੱਕ ਬੰਗਾਲੀ ਨਾਲ ਮੇਰਾ ਥੋੜਾ ਰੋਲਾ ਗੋਲਾ ਹੋ ਗਿਆ। ਉਸ ਗੱਡੀ ਅੱਗੇ ਸੀ, ਮੇਰੀ ਗੱਡੀ ਪਿੱਛੇ ਸੀ। ਉਹ ਨਿਕਲ ਕੇ ਬਾਹਰ ਆਇਆ ਨਾ,
ਆ ਕੇ ਮੈਨੂੰ ਧਮਕੀਆਂ ਦਿੱਤੀਆਂ, ਨਾਲ ਹੀ ਉਸਨੇ ਪੁਲਿਸ ਨੂੰ ਕਾਲ ਕਰ ਲਿੱਤੀ। ਉਹ ਫਿਰ ਅੱਗੇ ਗਿਆ, ਫਿਰ ਮੇਰੀ ਗੱਡੀ ਕੋਲ ਆਇਆ, ਮੈਂ ਗੱਡੀ ਚੋਂ ਨਿਕਲ ਕੇ ਇਤਨੇ ਕੁ ਜ਼ੋਰ ਦੀ ਮਾਰੀ ਨਾ ਕਸਮੇ, ਪੜਾਕ ਕੇ ਪਰੇ ਜਾ ਕੇ ਗਿਰਿਆ ਹੈ। ਪੁਲਿਸ ਵਾਲਾ ਆਇਆ, ਪੁਲਿਸ ਵਾਲਾ ਮੈਨੂੰ ਆ ਕੇ ਕਹਿੰਦਾ ਤੂੰ ਉਸਨੂੰ ਮਾਰਿਆ? ਮੈਂ ਕਿਹਾ ਮਾਰਿਆ। ਕਹਿੰਦਾ ਤੁਸੀਂ ਦੋਏ ਇੱਥੇ ਕੀ ਕਰਨ ਆਏ ਹੋ? ਮੈਂ ਕਿਹਾ ਅਸੀਂ ਕੰਮ ਕਰਨ ਆਏ ਹਾਂ। ਕਹਿੰਦਾ ਜਾਓ ਆਪਣਾ ਕੰਮ ਕਰੋ। 3.5 kg ਤੁਸੀਂ ਲੱਕੀ ਸੀ ਮਲਕ ਸਾਹਿਬ, ਬਚ ਗਏ। ਨੈਕਸਟ ਟਾਈਮ ਮਤ ਕਰਨਾ ਅਮਰੀਕਾ 'ਚ ਇਹ ਕੰਮ ਪਲੀਜ਼। ਮੈਂ ਤਾਂ ਬੜੀ ਦਫਾ ਕੀਤਾ। ਨਹੀਂ ਤਾਂ ਇੱਕ ਕਾਲਾ ਜੇਲ੍ਹ ਸੀ। ਹੋ ਗਏ ਖਤਮ ਨਬੂਵਤ ਦੇ, ਫਿਰ ਮੁਜਾਹਿਦ ਜੇਲ੍ਹ 'ਚ ਚਲੇ ਜਾਣਗੇ। ਉਹ ਭਾਈਜਾਨ ਇੱਥੇ ਮੈਂ ਦੇਖੋ ਤੁਹਾਡਾ ਨਿਊ ਜਰਸੀ ਦੇ ਵਿੱਚ ਐਡੀਸਨ ਦੇ ਵਿੱਚ ਇੱਕ ਗੋਸ਼ਤ ਦੀ ਦੁਕਾਨ ਹੈ ਉਹਨੇ ਤਸਵੀਰ ਲਗਾਈ ਹੁੰਦੀ ਹੈ ਆਪਣੇ ਟਰੱਕ ਉੱਤੇ ਮਿਰਜ਼ਾ ਗੁਲਾਮ ਕਾਦੀਆਨੀ ਦੀ। ਠੀਕ ਹੋ ਗਿਆ। ਮੈਂ ਬੜੀ ਵਾਰੀ ਉਹਨੂੰ ਰੋਕ ਕੇ ਯਾਰ ਮਿਊਟ ਲਗਾ ਲਿਆ, ਪਾन का पता। अजीब जानवर किस्म के लोग हो यार। मंडे यार मुझे अर्जेंटली चाहिए ना। ओ पान के पत्ते म्यूट लगा ले। ਠੀਕ ਹੋ ਗਿਆ। ਉਹ ਗੱਡੀ ਲੈ ਕੇ ਖਲਤਾ ਸੀ ਤੇ ਉੱਥੇ ਨਾ ਲਿਟਰੇਚਰ ਵੰਡ ਰਿਹਾ ਸੀ ਆਪਣਾ, ਉਹ ਵੀ ਹਿੰਦੂਆਂ ਦਾ ਕੋਈ ਖਾਸ ਡੇ ਸੀ। ਮੈਂ ਉੱਥੇ ਗਿਆ, ਮੈਂ ਕਿਹਾ ਤੁਹਾਨੂੰ ਪਤਾ ਹੈ ਤੁਹਾਡੇ ਬਾਰੇ ਚ ਇਹਨਾਂ ਦੇ ਜਿਹੜੇ ਮਿਰਜ਼ਾ ਸਾਹਿਬ ਨੇ ਇਹਨਾਂ ਨੇ ਕੀ ਕਿਹਾ, ਤੁਹਾਡੇ ਪਰਵੇਸ਼ਰ ਦੇ ਬਾਰੇ ਚ ਕੀ ਕਿਹਾ ਉਹਨਾਂ ਨੇ? ਉਹ ਕਹਿੰਦੇ ਨਹੀਂ। ਮੈਂ ਕਿਹਾ ਉਹਨਾਂ ਨੇ ਕਿਹਾ ਕਿ ਪਰਮਾਸ਼ਰ ਜਿਹੜਾ ਹੈ ਨਾ ਉਹ ਨਾਫ ਤੋਂ ਗਿੱਟ ਤੱਲੇ ਹੈ। ਉਹ ਹਿੰਦੂ ਨੇ ਫਟਾਫਟ ਉੱਥੇ ਹੀ ਛੱਡ ਦਿੱਤਾ ਨਾ। ਇਹ ਤੁਹਾਡਾ ਜਿੰਦਾ ਜਾਗਦਾ ਬੰਦਾ ਮੌਜੂਦ ਹੈ ਅਹਿਮਦ ਅਲਾਲ ਮੀਟ ਨਿਊ ਜਰਸੀ ਐਡੀਸਨ ਵਿੱਚ। ਉਹਨੇ ਜਨਾਬ ਮੈਨੂੰ ਧੱਕੇ ਦੌੜ ਪਿਆ, ਉਹ ਟਰੱਕ ਦੇ ਕੋਲ ਚਲਾ ਗਿਆ, ਮੈਂ ਉਹਦੇ ਪਿੱਛੇ ਮੈਂ ਕਿਹਾ ਗੱਲ ਤਾਂ ਸੁਣ, 2 ਹਵਾਲੇ ਲੈ ਲਿਆ ਉਹਨੇ, ਟਰੱਕ ਦੱਬਿਆ ਤੇ ਨਿਕਲ ਗਿਆ। ਇੰਝ ਹੀ ਕਰਦੇ ਰਹੇ। ਕਿਉਂਕਿ ਪਾਕਿਸਤਾਨ 'ਚ ਤੁਹਾਡੀ ਸ਼ਰਾਰਤ ਚੱਲ ਜਾਂਦੀ ਹੈ ਨਾ, ਤੁਸੀਂ ਬੰਦੇ ਮਰਵਾਉਂਦੇ ਹੋ ਪਾਕਿਸਤਾਨ 'ਚ ਭੜਕਾ ਕੇ, ਤੇ ਉਹ ਵਿਚਾਰਾ ਡਰ ਗਿਆ, ਆਪਣੀ ਜਾਨ ਬਚਾ ਕੇ ਚਲਾ ਗਿਆ ਕਿ ਤੁਸੀਂ ਮਰਵਾ ਦੇਣਾ ਸੀ ਕਦਾ ਬੰਦਾ ਇੱਥੇ ਵੀ। ਨਹੀਂ, ਸ਼ੁਰੂ ਤੋਂ ਤੁਹਾਡਾ ਅਗਰ ਤੁਸੀਂ ਸ਼ਤਮੀਅਤ ਕਰੋਗੇ ਭਾਈਜਾਨ, ये केड़ी शातियत तो अपनी वो देखो, राइट टू स्पीच सबको है यहाँ पर, अपनी तबलीग करने का सबको हक है। अगर वो कर रहे थे कानून के मुताबिक कर रहे हैं ना, उसने तो नहीं लिखा हिंदुओं के खिलाफ उस वक्त कुछ भी, वो तो नहीं कह रहे हिंदुओं को बुरा, तो आप जाके उसको भड़का रहे हैं, स्पीच करें, केस तो आप पे होना चाहिए। आप करके दिखाएं, कनाडा में इधर आ गए, जेल में ना मैं बचाऊंगा, जेल में मैं ना आपको बचाऊं तो मैं अपना नाम बदल दूंगा। मैं भी अपना नाम बदल दूंगा। आप कनाडा में मेरे सामने आए, मैं कसम खा के कहता हूं, तुम हेट स्पीच करके दिखाओ तो मैं जेल के अंदर ना बचाऊं तो आप 2 कदम पीछे जाके पड़े होंगे। आप मैं कसम उठाता हूं तुम जेल के अंदर सड़ोगे इंशाल्लाह। हाँ, कैसे? अगर तुम ये हेट स्पीच करोगे इधर आकर, ऐसे किसी को तबलीग से रोकोगे, किसी के खिलाफ हेट स्पीच कर करोगे, रहा है ना, हेट स्पीच तो मिर्जा मसूल कर रहा है। वो एक अलग बात है, तुम्हारा तो उससे कोई ताल्लुक नहीं है। तुम्हें लॉ ने अथॉरिटी नहीं दी कि तुम जाके वो बताओ लोगों को, तुम्हारे पास क्या अथॉरिटी है? ये क्या बात हुई जी? आप कि तुम हेट स्पीच आप आ गए चला गया। ओ नासी गया यार। अच्छा क्या ये देखो सोशल मीडिया की बढ़ गई है ना, जितनी मर्जी मारो। क्या मतलब क्या मेरे जितने भी ओड़े नस जाते थे मेरे खिलाफ तो आप देखिए, मैं आपको अपना पूरा एड्रेस दे देता हूँ, आप बंदा भेज दे मेरे पास ना। मैं उसको रोड के मैं तो ऊपर कोई 2 गैर तफे कानूनी काम सटूं, करता ही नहीं हूँ, मैं तो कोई मैं लीगल काम उसको करता ही रोड नहीं के हूँ। ऊपर 2 तफे ना सटूं, आप जो मर्जी करना। राशिद राणा साहब, हाँ, मैं तो कोई बिल्कुल ले लो। अच्छा तफे तुसी मैनू मारोगे यानी? आवाज नहीं मेरी आ रही। आ रही है यार नजीर भाई आ रही है। नजीर भाई मैं इनसे जरा तफे खा लूं। मलक साहब खामोश हो जाओ, म्यूट ला लो। ओके जी सर। मलक साहब मैं तफे किथे खाना है ना थोड़े को? राशिद राणा साहब गल की गल दसो। गल ये है कि मलक साहब जी कर रहे हैं ना भड़का, ये सोशल मीडिया ते अच्छियां लगदी है ना, मारो ना, कोई मसला नहीं, पर ये कैनेडा आके ये काम नहीं कर सकते। केड़ी बड़क ना मारी है कि जी एक बंदा वो पंफलेट बेच दे रहा है, अपनी तबलीग कर रहा है, तो इन्हें जाके उन्होंने इंटरफेयर किया, तो जाके उन्होंने हेट स्पीच की थी, तो हिंदू ने जाके भड़काना शुरू करता। ये गलत है बाइला। केड़ी हेट स्पीच की थे समझ नहीं। देखो जदों एक बंदा अपनी जड़ी है अपनी तबलीग कर रहा है, राइट, उन्होंने हक के थे कनाडा में, आपको पता है कि ये लॉ है कि आप अपने मजहब को सपोर्ट कर सकते हैं, बट आप किसी दूसरे के खिलाफ हेट स्पीच नहीं कर सकते। अब एक तीसरा बंदा आके कहता है कि देखें जी ये जो बंदा है, इनके बड़ों ने जो भी वो उसने तफहीम ली, आपके खिलाफ ये लिखा है। अब जाके उसने एक कंट्रोवर्सी पैदा की, ठीक है, उन दोनों को आपस में लड़ाने की कोशिश की, जिसकी वजह से वो लड़ सकते हैं, दूसरे को मार सकते हैं। कंस्पिरेसी होगी ना, साजिश होगी ना। अच्छा राशिद राणा साहब, यहाँ कनाडा में या यूरोप यूके में या यूएसए में ये कानून है कि आप किसी को लड़वाने की कोशिश कर रहे हैं, यानी आपकी गुफ्तगू से वो दोनों आपस में लड़ सकते हैं, इस तरह का कोई कानून है?
अगर तो हेट स्पीच प्रूफ हो गई तो डेफिनेटली है, बिल्कुल नहीं, है। इसका हेट स्पीच से तो कोई लेना देना नहीं है ना। इससे एक और चीज भी लग सकती है इन पे कि इन्होंने रोका किसी को तबलीग करते हुए, नहीं, वो एक अब एक मिनट राइट। ठहरें, ये भी एक मिनट ठहरें, जो बात आपने की पहले उसको समझ लेने दें। जी, आप एक बंदा वहां पे आपके पम्फलेट वो डिस्ट्रीब्यूट कर रहा है रोड के, ठीक है। मैंने या मलिक साहब ने जिस तरह आपने बताया कि किसी हिंदू को कहा कि ये तो मिर्जा साहब ने तो आपके बारे में ये लिखा हुआ हिंदुओं के, या सिख को कह दिया कि गुरु नानक के बारे में ये लिखा हुआ है, क्या इस पर भी मेरे पर कोई मुकदमा हो सकता है यूरोप यूके? इसमें हो सकता है अगर वन ऑफ द पार्टी कंप्लेन करे, दे कैन इन्वेस्टिगेट कि क्या हुआ था एक्चुअली, उसके पीछे क्या चीज थी। डेफिनेटली ये इनसे क्वेश्चंस होंगे फिर। नहीं, भाई तुम क्यों आए वहां पर वो तो- एक दो बंदों के दरमियान में, क्या करने आए, तुम्हारा क्या काम था? क्वेश्चन तो आप किसी को भी पुलिस कर सकती है, लेकिन क्या इसको कोई क्राइम लिखा है किसी कानून में कि आपने दो लोगों को लड़वाने की कोशिश की? अगर तो हेट स्पीच है वहां पर तो डेफिनेटली होगा, राशिद बट साहब- प्रूव करना पड़ेगा। राशिद वो बंदा तो भाग गया ना, डर गया। वो इसलिए डरा क्योंकि इनके प्रोपोगेट करने से वो बंदा हिंदू इनको नुकसान ना पहुंचा दे, वो राशिद तो अपनी साहब- जान बचा के भाग गया राशिद साहब, बेचारा। आपने मुकम्मल तौर पर एक गलत बात कही है। ऐसा यहाँ पर कोई कानून नहीं है, क्योंकि यहाँ पर कानून ये है कि आप अपने किए के खुद जिम्मेदार हैं। वो आपको कहता रहे उसको छुरी मारो, वो कहता रहे उसको गोली मारो, वो आपको कहता रहे उसको थप्पड़ मारो जाके, भाई आपकी अपनी अक्ल नहीं है, आपको अल्लाह ताला ने अपनी अक्ल नहीं दी है। ये आपको नहीं, बात नहीं ऐसी नहीं, ऐसा नहीं है। जो बंदा किसी को प्रोपोगेट करेगा वो भी इन्वॉल्व होगा। और ये तो तफ्फे मारने की बात कर रहे हैं, वो भी ठीक है, कहते आओ मैं तफ्फे मारूंगा तो। नहीं, वो एक अलग बात है कि अगर देख लो मार दे कि नहीं। इस तरह कोई कहता है, सीधा आपको कहता है ना, सीधा दो आपको तफ्फे कहता खा के ना तो जेल च पवावा ना। है। राशिद साहब, और करो ना, करदे क्यों नहीं हो, गल्ला ही करते हो, करके दिखाओ। अगर आपको कोई सीधा थ्रेट करता है कि मैं आपको छुरी मारूंगा, थप्पे मारूंगा, थप्पड़ मारूंगा, पत्थर मारूंगा, तो आपको पुलिस को कंप्लेंट कर सकते हैं। बिल्कुल। लेकिन कोई बंदा ये नहीं कर सकता कि वो हमें लड़वा रहा है, हम दोनों को, तो पुलिस कहेगी भाई आप ना लड़ो, लड़वा रहा है तो आप रोटी को चोची कहते हो। इन्हें पता ही नहीं है। एक बात, जो भी इनका गलत अमल था, एक बात है। मिसाल है, ਇਹਨਾਂ ਨੇ ਅਸੀਲਾਂ ਲੈ ਕੇ ना अपने कानून इनका बना अमल लेते ना, ठीक तो भाई। नहीं था ना, आप उसको जस्टिफाई नहीं कर सकते। जो इन्होंने किया है वो तासब में, नफरत में किया ना, हेट नहीं, स्पीच। मेरी बात सुने, बेसिकली इन्होंने लोगों को अवेयर किया है। मिसाल के तौर पर वहां पर सिख है, सिख को अवेयर किया है कि गुरु नानक के बारे में आपके मिर्जा साहब ने ये लिखा हुआ है, तो भाई इनके लिटरेचर ये जो डिस्ट्रीब्यूट कर रहे हैं इनसे बचें। इनका ये जो लिटरेचर है इसमें आपके गुरु नानक की तौहीन पाई जाती है, अवेयर किया है। अब ये तो अगर इनकी परसेप्शन है ना। सुने सही ना, हाँ गलत हो सकती है, परसेप्शन गलत हो सकती है, सही हो सकती है, लेकिन अगर आप ये कहें कि भाई इसने हमें लड़वाने की कोशिश की है, तो पुलिस कहेगी आप ना लड़ो, आप रोटी को चोची कहते हो। इसी तरह तो अगर कोई मुसलमान ऐसे तबलीग कर रहा हो, राइट, और कोई दूसरा क्रिश्चियन कम्युनिटी से आके कह दे या कि जी ये तो इनके इन्होंने तो नबी बनाया हुआ है, और उस पर इल्जाम लगा दे, तो क्या ये बात दुरुस्त होगी? Interference हो मुसलमान, जाएगी ना। हाँ, अगर वो हमारे नबी की तौहीन करेगा तो मुसलमान को हक है कि वो पुलिस को कंप्लेंट करे कि भाई देखें ये हमारे मुकद्दसात की तौहीन कर रहा है और मुझे इश्तियाल दिला रहा है। यहाँ चले फिर मैं इनको यही कहूंगा कि अहमदियों के जहां जहां भी लगे हुए हैं ना ऐसे पंफलेट, ये एक पंफलेट छुपवा लें जिसमें वो मिर्जा साहब को छुपा लें कि उन्होंने कहा हिंदुओं की तौहीन की है, हिंदुओं की बड़ों की, और जाके वो तकसीम कर मैं बताता हूँ मलिक साहब, तुसी ना माइक पुटो। देखिए एक बात तो गलत आपकी साबित होगी कि इस तरह के बात तो यही करें फिर। ये अगर ये सही समझते, मैं सही नहीं समझता, बदलनी है ना, आप ऐ नहीं समझें कर जो सकते। मर्जी से मैं देखें, आप मेरी बात सुने, इस चीज को अच्छा नहीं समझता जो इन्होंने हाँ किया। हाँ ठीक है, Condemn करता हूँ आपका राइट है, आप अच्छा समझे बुरा समझे। अब जो दूसरी बात आपने कही है ना कि वो जहां जहां तौहीन उन्होंने की है, अगर तौहीन आपने नहीं की है तो आप मशरकी पंजाब में सत वचन किताब छपवा के दिखा दे, मैं आपको मान दूंगा। वो ये तो एक अब अलग टॉपिक है ना, मैं इस टॉपिक में नहीं जा रहा। नहीं, मैं आप ये कह रहे कह हैं रहा हूँ कि कि जो इन्होंने वहां कहा, इन मुल्कों में जो भी उन्होंने लिखा वहां पर, हाँ, जो भी लिखा, तो अगर इतना है तो आप उसको छुपवा दें। अगर आप कहते हैं कि आपकी इतनी स्ट्रांग दलील है और आप लड़वा सकते हैं हिंदुओं को, तो आप छुपवा के उनको दे दें। मेरी इतनी स्ट्रांग दलील है कि मैं आपको दावे से कह रहा हूँ कि आपके जो मिर्जा साहब की किताब है ना सत वचन, ये सिखों के पंजाब में, जो मशरकी पंजाब जिसको हम बोलते हैं, वहां पर छप नहीं सकती क्योंकि उसमें गुरु नानक की तौहीन की गई। अच्छी बात है। और आपने भी जो कुरान पाक की तौहीन की है वो भी मैंने सुन ली है कल, इसलिए चलो वो भी क्या है? हाँ,
ये हर जगह सुना है मैं आपको। देखिए अगर आप हमारे देखिए मिर्जा साहब का इल्जाम लगाएंगे, मेरे पास तो रिकॉर्डिंग मौजूद है। अगर आपके पास रिकॉर्डिंग मौजूद है, बिल्कुल तो जिस मौजूद तरह सुने, जिस तरह मिर्जा साहब की किताब सात बचन पर पाबंदी लगी है, आप मुझ पर पाबंदी लगवा दें। मैनू छुरियां मारो, ये मैनू एक फोन आ गया, फोन आ गया, फोन आ गया। कल नहीं, कल सुना है सारा मैंने, राशिद साहब, छोड़ दें इस बात को। राशिद साहब, मैंने कल ये सारी राशिद रिकॉर्डिंग साहब, सुनी है आपकी जनाब। राशिद साहब, ਅਜ਼ੀਲਾ ਜਿਹੜੇ ਲੈਂਦੇ ਨੇ ਕਹਿੰਦੇ ਪਾਕਿਸਤਾਨ ਸਾਨੂੰ ਕੁੱਟਾਂ ਪੈਂਦੀਆਂ ਸਨ ਤਾਂ ਅਸੀਂ ਅਜ਼ੀਲ ਲੈਣ ਆਏ ਹਾਂ। राशिद साहब, आपका लिटरेचर ऐसा गुस्ताखाना और तहीन अमेज है। आमर साहब, आपने कल जो कुरान पाक की अल्लाह की कसम गुस्ताखी की, मेरा दिल बैठ गया। आपने कहा कुरान पाक पर जो करते हैं अल्लाह माफ करे। आपका तो मैं तो कुरान अल्फाज पाक- नहीं कह अच्छा, सकता। आपका पता दिल आपको क्यों उम्मे बैठ सिस्टर गया? ने क्या कहा आपके बारे में? राशिद साहब, उन्होंने राशिद- मजम्मत की आपकी खुले राशिद अल्फाज साहब, में। किसने मजम्मत की? उम्मे सिस्टर ने रिकॉर्डिंग उम्मे कौन है? चीजें वो मौजूद। कौन है? उम्मे तो आपकी परजाई है। उम्मे आलम इस्लाम की एक अजीम मुजाहिदा, वो इस्लाम खत्म की नहीं नबूवत है, वो की। मिर्जाइयों की मुजाहिदा है। ये तो अब आप कहेंगे ना, भाई, ये रिकॉर्डिंग चलाए ना, खुद कहा जितनी मेरा आपने दामद का तौहीन नहीं की है, है। इदरीस। आप किस मुंह से मिर्जा साहब की बात करते बात हैं? सुने, इतनी तौहीन आप बात करते हैं। सुने राशिद साहब, ਮਿਰਜ਼ੇ ਦਾ ਤਲਕ ਹੀ ਕੋਈ नहीं यार इस्लाम आप में। रीजनेबल क्यों नहीं तल्लक इनका? ये सुने ना इनकी रिकॉर्डिंग, आमर नजीर की। इतना ये गुस्ताख आदमी है, मुसौद साहब ठहरे। कुरान पाक की गुस्ताखी कर रहा है ये बंदा। साहब, राशिद साहब, मेरी बात सुनिए। अभी तक आप रीजनेबल गुफ्तगू कर रहे थे, और जब आपने रीजनेबल गुफ्तगू में ये रीजनेबल ही है। जब अपनी नहीं। मंजी के नीचे डांग फिरती है ना नजीर साहब, तब बड़ी भी मिर्चें लगती हैं। ऐसे ना कहें, दूसरों पे बढ़ करके इल्जाम लगाना आपको बहुत आता है। ये तो अब आपकी मंजी भी ठुकेगी ना। नहीं नहीं सुनना इन्हें ये चुपो। पाकिस्तान में जाएगी आपकी वीडियो, आपकी मंजियां भी ठुकेंगी अब इंशाल्लाह। देखें आप, ਅਸੀਂ नहीं चाहते कि भाबियां तो उत्थे होवे हमले, ਅਸੀਂ नहीं चाहते। ਅਸੀਂ क्योंकि साजिशी लोग नहीं राशिद है। साहब, जब आपने इस रीजन आप हर वक्त मिर्जा साहब की आपको तकलीफ होती है ना, तो जो खुद आपने इतनी गुस्ताखियां की है वो भी तो माफी मांगे। क्यों नहीं सुन रहे? क्या हो गया आपको? क्यों सुनूं मैं आपकी बात? क्योंकि आपने झूठ बोला सबके झूठ नहीं बोला, मेरे पास रिकॉर्डिंग मौजूद है। शर्म आ रही है कि मैं झूठा पढ़ शर्म रहा नहीं हूं आ रही, सबके रिकॉर्डिंग है, सब रिकॉर्डिंग है मेरे पास। सामने। जो आपने झूठ मतलब कैसे जो मैं बात कह रहा हूँ मेरे पास रिकॉर्डिंग मौजूद है। जो मैं आपने बात कुरान कर रहा पाक हूं, की आप उसका गुस्ताखी जवाब की नहीं दे है, रहे। मैं निकाल के लगाता हूँ अभी। जो बात कर रहा हूँ उसका आप जवाब ही नहीं दे रहे। ऊंची ऊंची आवाज से चिल्लाने से बंदा सच्चा साबित हो जाता आपकी है। रिकॉर्डिंग लगाऊं तौहीन की? लगाऊं? भाई मैं पूछ रहा हूँ किस बात की तौहीन है? आपका कुरान से पाक की। क्या लेना देना? आपका कुरान पाक से क्या लेना देना है? आप कुरान पाक की तौहीन कर रहे हैं। अगर मैं शर्म कुरान आती है पाक की आपको? सुने सुने सही ना, आप जवाब तो सुने ना। अगर मैं कुरान पाक की तौहीन कर रहा हूं तो अहले कुरान ने मुझसे पूछना है कि मिर्जाइयों ने मुझसे पूछना है? हाँ, तो फिर आपका मिर्जा साहब से क्या लेना अगर देना? मैं आपने मिर्जा साहब हाँ को? अगर मैं हर वक्त अगर मैं मिर्जा साहब की तज़किरा तकलीफ होती रहती है आपको। सुनो तो सही ना, सुने तो सही ना। अगर मैं नहीं, तुमने तज़किरा की मिर्जा साहब तौहीन से करूं, क्या लेना है? तुम भाई मानते हो सुन मिर्जा तो- साहब मैं को? बता वो जो मर्जी करे, तुम्हें क्या लेना है? इसको मिर्जा साहब से? इसको कहते हैं गुफ्तगू जब दू बदू होने ना लगी। ना 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 ना, मैंने छुरियां आपसे मारो, तुमसे मैंने तू होने जुतियां लगी। मारो, ये आपके अल्फाज है, मैं सुना दूं आपको? अब सुने तो सही ना, हौसला तो रखे ना। मुंह से झाग निकलना मिर्जा शुरू होगी साहब 1 मिनट पर के बाद। आपको करना बड़ा आपके आता है। मिर्जा साहब का इल्हामी कलाम है तज़किरा, अगर मैं उसकी तौहीन करूं ना तो आपका दिल बैठ जाना चाहिए। ये तो आपके आमर दिल नज़ीर की तौहीन होगी। आपके दिल को तकलीफ होनी चाहिए। कुरान और अहले कुरान से आपका क्या लेना देना? मैं वो बंदा नहीं हूँ जो कोई इस्लामी मुसलमान- जमात मोहम्मद मुस्तफा सल्लल्लाहु अलैहि वसल्लम पे जाऊंगा, मैं आपको पकड़ूंगा। जो बंदा आपकी मिर्जायत में सिवाय इसके कि आप इल्जामी जवाब में हजरत मोहम्मद सल्लल्लाहु अलैहि ना वसल्लम ना, की मैंने तौहीन कोई करें। बात नहीं की। इसके बकवास अलावा नहीं कुछ है ही करी। नहीं ना। मैंने रसूल पाक सल्लल्लाहु अलैहि वसल्लम के इसके बारे में अलावा- नहीं की, मैंने तुम्हारे इसके तौहीन अलावा तो- बताई है, भाई तुम्हारी इसके तौहीन अलावा बताई है। इसके अलावा मिर्जायत के पल्ले कुछ भी नहीं सुनाऊं है। सुनाऊं अभी तुम्हारी ओ तौहीन? भाई सुनो, ठहरो ओ निकाल। भाई इसके अलावा आपके पल्ले कुछ है ही नहीं। अपने मुंह से बात करें, अगर आप में हिम्मत है तो दलील से बात करें, जिस तरह मैं कर रहा हूं। सवाल जवाब करें। आपने झूठ बोला मलक कैसर के बारे में कि भाई मलक कैसर ने वो बात कही तो वो तौहीन के जुमरे वो आती प्लीज है मुझे इश्तिहार, उतारना मत, प्लीज मुझे वो- उतारना ना। वो हेट स्पीच। मेरी पहले बात जो हो रही है वो तो खत्म कर लेना। ना मैं तुम्हारी तौहीन सुनाऊंगा कुरान पाक का। ओ भाई आपका अहले कुरान से लेना देना ही कोई नहीं। सुनाऊं? अगर सच्चे हो तो तौहीन आपका तो कुरान से लेना देना ही कोई नहीं। म्यूट सुनो, रखिए। हिम्मत है तो सुनाओ क्यों तौहीन। चुप ओ रहे? भाई क्यों ओ नहीं भाई रहे? कुरान के साथ आपका क्या लेना देना? हो ना तौहीन हो, सुनाओ, तुमने तो सच्चे हो तौहीन तो। की है। तौहीन क्यों सुनाओ। की तौहीन कुरान पाक की? शर्म नहीं तौहीन आई? सुनाओ आप। शर्म नहीं आई तुम्हें? अब ये जो कोई ऐसा बेशर्म ही मॉडरेटर होगा जो दोबारा इस बंदे को लेगा ऊपर। हाँ, अब तुम डर जब रहे एक हो। बंदे से अब बात मुझे हो रही उतारना है मत। तो और कैसे एक ये बात मॉडरेटर है क्यों यार? ना अमर उतारना सयाल मत। साहब आमर इसलिए- नज़ीर एक बात हौसला क्यों हौसला उतारना हौसला मत? उतारना हौसला मत। रखो, हौसला रखो। आमर नज़ीर एक बात क्यों राशिद उतारना साहब मत? हौसला रखो। उतारना मत। आमर सयाल साहब मैं जब इधर होता हूँ तो सारे मॉडरेटर हटा दिया करें क्योंकि सारे की मालूमत है ना।
ठीक है, वो जब मैं मौजूद हूँ तो सबको हटा दो, कोई हुआ था, जरूरत मैं उसको सियाल साहब ने खुद ही उठाया होगा, आमर सियाल साहब ने खुद ही उठाया होगा, मैंने नहीं उठाया। उतारना मत, मैं रिकॉर्डिंग नहीं। राशिद साहब आपका तो कुरान से और अहले कुरान से लेना देना कोई नहीं, मेरा किसी से तलक नहीं। अब तुम उतारो, मुझे पता है, मुल्हिद हैं आप, मुल्हिद हैं आप, मिर्जायत है इल्हाद का नाम। भाई रिकॉर्डिंग क्यों सुनानी है? पहले मुंह से बात करो ना, मुंह की तुमने पश्तो कुरान की खत्म हो गई तौहीन है, क्यों की? सेल खत्म हो गए हैं। बता क्यों तौहीन की तुमने कुरान तो पाक की? तुम्हारा कुरान से क्या लेना देना है? ये तुम तुम्हारा करोगे मिर्जा ना, साहब से क्या लेना देना मेरी है? बात रोज मिर्जा साहब पे बहस हाँ, करते इसलिए रहते हो कि तुम। इसलिए कि मिर्जा को हम दज्जाल मानते हैं, हमारे नबी ने कहा मैं जो तुम्हें नबूवत का दावा करे। गुस्ताख मानता हूँ, गुस्ताख कुरान हो तुम आप वहाँ मुझे भी। जो आप मुझे जो सारे- मर्जी कहें, लेकिन आपके मिर्जा साहब ने नबूवत का दावा किया नबी पाक की बात, और हमारे नबी ने फरमाया कि तुम जो कह रहे हो नबूवत जो का कुरान दावा की मेरे बात बाद करता करे है, उसको छोड़ो। वो ये तुमने कज़्ज़ाबून बात कही है। दज्जालून शर्म नहीं आती सल्लासून तुम्हें? कज़्ज़ाबून दज्जालून, हमारे शर्म नबी का तुमको हुक्म नहीं है। आती? तुम्हारा वाह किससे पढ़ा आज तक? भाई आप कोई तुम बड़ा सोचते मुरब्बी हो ले आए कि ना, मैं पिछले बार आप मेरे कोई से बड़ा मैं मुरब्बी ले आए ना इस्लामी जवाब जिसकी दूंगा। आपके यहाँ सब मुरब्बियों की शलवारें गीली हो चुकी हैं, कोई बड़ा मुरब्बी ले आए जिससे सलवार वाह तुम्हारी गीली होने का वक्त आ पहले चुका मेरा है। जिससे वाह नहीं पड़ा उसको ले आए ना, उसको लाओ मेरे सामने। रिकॉर्डिंग सुनो, मैं रिकॉर्डिंग वो सुनो। रिकॉर्डिंग क्यों सुनानी है? हाँ, क्यों डर साल रहे हो? खत्म हो गए हैं, जो मुंह में जुबान है 1.5 चटांग की, उससे बोलो ना। हाँ, तो इसी से बोलूंगा, तुम्हारी सुनाओ। रिकॉर्डिंग क्यों? रिकॉर्ड और 55 औकात लोगों को। दिखानी, देखो औकात कुरान का दिखानी है, मुनाफिक जुबान से इंसान बात बैठा नहीं कर सकते? जुबान से बात क्यों नहीं करते? अपने मुंह से बात करो। तुमने तौहीन की है कि नहीं? ये तुम्हारा तौहीन से लेना देना ही कोई ना। इस्लामिक तुम लिटरेचर करोगे की तो तौहीन का फैसला सुने सुने। इस्लामिक लिटरेचर कुरान से लेकर हदीस तक, हदीस से लेकर फिका तक, फिका से लेकर नीचे दरस निजामी तक, अगर किसी लिटरेचर की मैं तौहीन करूंगा, सुनो फंस गए हो। सुनो सही ना, उसकी तौहीन का फैसला इस्लाम अहले इस्लाम करेगा कि मिर्जाई करेंगे? ये मिर्जाइयों ने मुझे आके बताना है, मिर्जाइयों ने बताना है कि मैंने तौहीन की है। ये अहले इस्लाम सुनेंगे ना अभी? मिर्जाइयों का तो इस्लामिक लिटरेचर से लेना देना ही कोई नहीं है। यही सुनेंगे ना। मिर्जाइयों का भाई, सारा इसमें लिटरेचर इतना शातमियत और गुस्ताखी पर मबनी है और इतना तौहीन अमेज है कि मैंने आपको बताया कि मशरकी पंजाब में होल्ड करो। गुरु नानक की जो तौहीन आपने की है उस पर पाबंदी है, सत वचन पर। ईसा अलैहिस्सलाम की जो तौहीन आपने की है और हजरत मोहम्मद मुस्तफ़ा सल्लल्लाहु अलैहि वसल्लम की जो तौहीन आप करते हैं, उसकी वजह से आपके लिटरेचर पूरे पर पाकिस्तान में पाबंदी है। और सत वचन किताब जिसमें गुरु नानक की तौहीन है, उसकी मशरकी पंजाब में पाबंदी है, वहां नहीं छपवा सकते। तो मिर्जाई लिटरेचर गुस्ताखाना है और तौहीन पर मबनी है, उस पर तो पाबंदियां हैं, मुसलमानों पर नहीं है कोई। सुनो 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 मुसलमानों, सुनो। भाई आपके मुंह में जुबान नहीं है, अपने मुंह से बात करें। कुरान की रट लगाते हैं ना, हाँ। तो गुमराह होते हैं हकीकत में। ओए होए अस्तगफिरुल्लाह अस्तगफिरुल्लाह अस्तगफिरुल्लाह, ये गुस्ताखी है। कुरान की रट लगाते हैं ना, तो गुमराह होते हैं हकीकत में। ओए होए, बस इतना ही मैंने बोला था। सुनो सुनो अब ये गुस्ताखी है जी, देखो इसकी गुस्ताखी। कहते हैं ये गुस्ताखी। ये जो गुस्ताखी है। कुरान की रट लगाते हैं ना, वो गुमराह होते हैं। हाँ हाँ बिल्कुल। आमर भाई ये जो आज भी कहता अभी और भी हैं। ओ मैं दोबारा कहता हूँ, राशिद राणा साहब मैं दोबारा कह देता हूँ, जो लोग कुरान की रट लगाते हैं वो ख्वारिज की जुर्रियत हैं, क्योंकि ख्वारिज भी कहते थे कि हम कुरान से बात करना चाहते हैं और कहना चाहते हैं कुरान ने कहा अनिल हुक्म इल्ला लिल्लाह, और हजरत अली और हजरत अमीर माविया ने अपना हकम बना लिया, हम कुरान से बात करेंगे। जो कुरान की रट लगाते हैं वो ख्वारिज की जुर्रियत है। हमें अल्लाह के नबी ने दो चीजें दी हैं, एक कुरान है, एक अल्लाह के नबी का फरमान है, तरक्तु फीकुम अमरैन लन तज़िल्लू मा तमस्सक्तुम बिहिमा किताबुल्लाह व सुन्नत रसूलुल्लाह। हमें दो चीजें देकर गई हैं, अल्लाह के नबी दो चीजें देकर गए हैं। ये ख्वारिज और उनकी जुर्रियत ये कुरान से खिलवाड़ करने के लिए ड्रामा करते हैं और कहते हैं हम कुरान से बात करेंगे। लो फिर रिकॉर्ड कर लो मेरी बात, कुरान की रट लगाने वाले ये ख्वारिज की जुर्रियत है, गुमराह हैं। क्यों? कुरान कहता है युदिल्लु बिही कसीरम व यहदी बिही कसीरा व मा युदिल्लु बिही इल्ला अल फासिक। ਤੈਨੂੰ ਥੱਲੇ ਸੁਣਾ ਦਿਓ ਜੀ, ਕੋਈ ਫੇਰ ਰਿਪੀਟ ਕਰ ਦਿਓ ਜਿਹੜਾ ਦਵਾਈ ਮੈਂ ਪਾਉਂਦਾ ਸੀ। सुने जी,
दोबारा इसको आप ये कहें कि इसने ये इस्लाम के बारे में वोटर भी नाल ही लांदा वोटर भी नाल ही लांदा जो अपना जिन्हें वोट पाया ਤੁਹਾਡੀ ਸੰਦੂਕੜੀ ਚ ਉਹ ਰਾਸ਼ਦ ਸਾਹਿਬ अजीज भाई कुरान नहीं कुरान ਉਹ कुरान कहते ਰਾਸ਼ਦ हैं ਸਾਹਿਬ ਸਾਡੀ ਦੁਖੀ ਨੂੰ ਨਾ ਲਾਓ ਇੱਥੇ अल्लाह क्या फरमा रहे हैं ਅੱਛਾ ਤੁਹਾਡੀ ਸੰਦੂਕੜੀ ਚ ਇੱਕੋ ਹੀ ਵੋਟ ਪਿਆ ਹੈ और कुरान करीम की इज्जत और ਇਹ ਕੱਲਾ ਵੋਟ ਹੈ ਜੀ ਇਹਨਾਂ ਦੀ ਸੰਦੂਕੜੀ ਚ ਹੋਰ ਕੋਈ ਬੰਦਾ ਇਹਨਾਂ ਦੀ ਸੰਦੂਕੜੀ ਚ ਵੋਟ ਨਹੀਂ ਪਾਉਂਦਾ ਮਰਜ਼ੀਆਂ ਦੀ ਸੰਦੂਕੜੀ ਚ तो एक शख्स जो है वो सारा दिन नशे किए और ट्रक चलाए और उसके नशा बाद भी जो किया और है, ट्रक भी आवाज चलाया की। वो तेरे तो सदके ले देखिए, मैं ये चाहूंगी कि आप ऐसी वीडियोस डालें। मैं वही इल्जाम ला के ना झूठे किसी सच्चे आलिम दीन का कोई फतवा होता है गुमराह ने उन्होंने कुछ नहीं किया जाता आमिर भाई एक बात करने की इजाजत दी जाए जी। अल्लाह ताला मेरी इसमें तस्वीर दूसरे वड्डी को करो जरा मंदिर ठोकने तो मैंने आमिर ना, सियाल साहब मैंने मेरी अपनी तस्वीर मंदिर वड्डी को कर दान दो मारा। मैं कर देना चलो राशिद साहब होगी गुस्ताखी मेरे पे अब म्यूट रखे जरा एक साइड मलक हाँ जी मैं ये कह रहा हूँ कि इन मर्जियों ने मेरे 4 साल के बच्चे की तस्वीरें लगाकर मौलवी की झोली में बिठाकर वीडियोस बना कर ये हरकतें की हैं। तो जो मेरे बच्चे की तस्वीर मर्जई लगाएगा वो मेरे सामने आएगा राशिद तो मैं उसको छोड़ दूंगा। उसको मैं तेरी छोड़ दूंगा, जुबान उसको मैं खाए भी मारूंगा तो मलक उसको मैं भी मारूंगा मानतिया मैं छोड़ दूंगा ना उसको तो फिर अगर मारना है ना अगर मारना है तो मैं बताता हूँ राशिद राणा साहब मुझे लानती मत कर, तू लानती है, राशिद राणा साहब ठहरे तेरे से बड़ा लानती कोई नहीं ठहरे दुनिया में। ठहरे पता है आपने तुम्हें? एक मिनट पता है तुम्हें? सबर तू आके तो दिखा इधर कनाडा ओ में, मुझे सबर कब भाई मारेगा? राशिद राणा साहब तुझे जेल में ना डालूंगा। हौसला तो हाँ, करें तो सही तू। हौसला तो करें यार हौसला करें एक साहब मिनट मुक गए म्यूट करो सारे म्यूट करो अपने में साहब पैदा करो। मलक साहब म्यूट कर लो तुम राशिद राणा साहब म्यूट करो हौसला आपने अच्छी बात कही है कि जिस जलील गंदे हकीर नाली के गंदे कीड़े ने मलक साहब के 4 साल के बच्चे की तस्वीर लगाई है आपने कहा मैं खुद उसको थप्पड़ मारूंगा हम आपको बंदे बता देते हैं जाएं जाके थप्पड़ मार के दिखाएं मैं तो जबान मजम्मत से। करता हूँ भाई हमेशा मेरी एक मिनट हमारे सामने ना मजम्मत करें हाँ। उनके सामने जाके मजम्मत करके पर आपने जो कुरान पाक की तौहीन की ओ भाई ये मेरी लोग बात मजम्मत करें सुन तो लेना क्यों नहीं करते ये लोग मजम्मत सुन तो लेना इनके मुंह को क्यों कुंगरियां पड़ भाई रही हैं? अभी आपका हम चेक करने लगे हैं कि असली है क्या नकली सान पे चाड़ के ना ये चेक करने लगे हैं कि ये असली बात आपने की है कि नकली कही है। जिन लोगों ने मलक कैसर के बच्चे की तस्वीर लगाई है एक का नाम मुबशर रजा है एक का नाम इमरान कालू है एक का नाम वो इरफान जट है एक का नाम अहमद जट है ये जितने और कौन कौन है बताएं जी मलक कैसर एक साहब का उनके नाम फाइटर करके आईडी है ये उनकी उसकी। आईडी एक नासिर भट्ट है एक नासिर भट्ट है हाँ एक Proof जार है ना? तश्त है प्रूफ ये सारे फुरकान ये सारे प्रूफ क्या वीडियो चाहिए या तस्वीर चाहिए कि उन्होंने अपनी आईडी में इनका लगाया हो उनकी आईडी हो और उसमें हाँ लगा हो। उनकी हाँ बिल्कुल उनकी मुराद के ऊपर शेयर करें मुझे वो सारे लानती बैठे हुए थे उनकी शक्लें भी आपको दिखा आईडी भी दिखा देते हैं और बच्चे की तस्वीर भी दिखा देते हैं आप देखते हैं कि आप उनके सामने जाके मजम्मत करते हैं मैं बिल्कुल करूंगा मैंने पहले भी की है मुझे कोई एक बात नहीं मासूम मैंने बच्चे की तस्वीर बशर रजा की बैत नहीं की मैंने हाँ चल पता मैंने लग बशर गया रजा की बैत नहीं की अच्छी मैंने। बात है आपने अच्छी बात कही है मैं ये आपके मैं कह साथ रहा हूँ आपको। जो बात आपने अच्छी की है अगर राशिद उन्होंने राणा इनके साहब। बच्चों की तस्वीर लगाई है वो गलत की है हाँ हमारा ये म्यार नहीं है कि हम ये काम करें भाई आपको पता नहीं है कि आपके लोग मयार से कितने नीचे गिरे हुए हैं आपको एहसास नहीं राशिद राणा साहब और ये तो मलक साहब ने अभी बता दिया ना जो आपका म्यार है इन्होंने कह दिया कि मैं जाके जो करूंगा वो इन्होंने बता दिया रिकॉर्डिंग हो गई है कोई मसला नहीं है चल रिकॉर्डिंग होगी थाने दे दो थाने दे दो नहीं थाने ऐसे की देना है ਅਸੀਂ ਦੁਆ ਹੀ ਕਰਦੇ वैसे ਨੇ ਤੁਹਾਡੇ ਲਈ ਬਸ वैसे ਅੱਲਾਹ ਤੁਹਾਨੂੰ अपने अंदर ना ਹਦਾਇਤ ਹੈ। राशिद साहब अपने अंदर हिम्मत पैदा करनी चाहिए जैसे मैंने अपने अंदर हिम्मत मैंने कहा है कि मैं शिकायत लगाऊंगा मेरे 4 साल के बच्चे को ये तो सबसे बड़ी हेट स्पीच है। नहीं नहीं अगर मैंने वो नहीं कहा कि बच्चा- मैं शिकायत वो लगाऊंगा मैंने सिर्फ कहा कि मैंने वो प्रूफ के लिए बच्चा मदरसे रिकॉर्डिंग का वो बच्चा मदरसे का टॉप स्टूडेंट है वो हर दफा अवार्ड लेकर आता है मैं भी बुला लेता हूँ अभी अरे आप- छोड़े 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 मलक बच्चे साहब सबके अब ना देखें, करना मलक वो साहब बचगाना मेरी हरकत बात ना सुनो। करना मैं बच्चों के जितना मामले बड़ा आपने इनकी जज्बाती कही है ना, हूँ वो मेरी सिर्फ बात उसको सबूत दे सुने दें। मैं बच्चों के मामले बहुत जज्बाती हूँ मैं सबके बच्चों की बहुत रिस्पेक्ट करता हूँ ये ना मेरे सामने बात करें मैं मेरे लिए ये बात बहुत घटिया है जिसने भी की है खा वो अहमदी हाँ बिल्कुल ये अहमदियों ने की है हम आपको सबूत देते हैं आप इनके साथ ना प्राइवेट नंबर लेकिन शेयर उसकी करें वजह पता है क्या है मैं आपको एक वजह बात बताऊं ये ना दुनिया है मुकाफात अमल मलक साहब अपना रवैया देखें इनका कितना गंदा है जब आप जाके ये काम करेंगे तो आपके बच्चों पे आएगा ना कल आप ऐसे काम ही ना करें जो आपके बच्चों पे आए हाँ मान आप जो लिया नफरत मान लिया फैलाते एक मिनट के लिए राशिद राणा साहब अगर मान लिया ये अपने आप को कि भी दुरुस्त मेरी कर बात लेना सुनो मेरी बात सुनिए मान लिया कि मलक साहब ने सीधी मिर्जा साहब को गालियां दी हैं
क्या जवाब में बच्चों की तस्वीर लगानी चाहिए? नहीं नहीं, गलत है, वो गलत है, लेकिन ये मुकाफाती अमल के तौर पे चीजें आती हैं सम टाइम। नहीं, हमारे मुकाफाती बच्चों अमल को तो- भुगतनी पड़ती हैं, जो ना मुकाफात इसलिए ऐसे काम करें ना, जो अपने मुकाफाती दिल को अमल वो साफ तो रखें। चीज ही और है ना। ये ऐसे गंदे लोग हैं और ऐसे गिरे हुए लोग हैं। दुरुस्त है, मैं एग्री करता हाँ हूँ, हाँ, इनकी छोड़ बातें थे भाई साहब। जो भी ऐसे हैं वो गलत हैं। बहुत आला, बहुत आला। ये क्या क्या आप ऐसा करें, मलक कैसर साहब से ना, मलक कैसर साहब से इनका नंबर ले लें व्हाट्सअप, ये इनको व्हाट्सएप पे भेज दे तो बेहतर है, यहाँ ना लगाएं दोबारा वो तस्वीर जो इन्होंने, मैंने खुद देखी है। हम सारे बात ना करें बच्चों की ना। एक और मैं आपको मलक साहब बताऊं कि सोशल मीडिया पे अपने बच्चों की तस्वीर पोस्ट ना करें। ये अमर साहब ने ये मेरी गलती है लगाई थी। इनकी। नजीर साहब, ये इनकी आपने गलती। मेरी लगाई थी, शुक्र है मैंने अपने बेटे की उसमें नहीं लगाई, नहीं तो आपने वो भी लगा देनी थी। बट आपने मेरे साथ तो कसर नहीं छोड़ी थी। आपने मेरी तस्वीरें, आपने कौन मेरी सी बात तस्वीरें फेसबुक से लेके कहाँ कहाँ नहीं लगाई आपने? कौन सी वाली, मुझे तो याद आप नहीं आ भूल रहा। गए हैं ना, जब मैं उम्रे पे गया था, याद होगा आपको। भाई उम्रे पे एक दफा एक बंदा गया था, मेरा नहीं ख्याल कि आप वही, अगर आप वही हैं, मैं मेरी वही सुने हूँ। बात, अगर आप वही हैं तो आपने वहां से कोई यहाँ पर मैसेज किया या कोई इस तरह किया था, तस्वीर वगैरह भेजी थी। मैंने आपको कहा था कि अगर आप उम्रे पर हैं, आप बता दें कि आप कहाँ पर हैं, क्योंकि जो मिर्जा गुलाम अहमद कादियानी को नबी मानने वाला बंदा है, अगर वो वहाँ हरम में होगा तो वो डिपोर्ट कर दिया जाएगा, बल्कि उसके वो पासपोर्ट के ऊपर स्टैंप, वो रेड स्टैंप लगा के भेजेंगे कि अगले 10 साल आप उस पर एंटर नहीं हो सके। बट आपने सोशल मीडिया पे फैलाई, पोस्टें लगाई, आपने भी ये काम किए हैं भाई ना। पता नहीं ये क्या आप दोस्त पोस्टें, भी आप दुल्हे पोस्टों नहीं की हैं, आप पोस्टों लोग। की पता नहीं आप कौन सी बात कर रहे हैं। मैं अभी भी उस बात पे कायम हूँ राशिद साहब, मैं अभी भी उस बात पर कायम हूँ कि अगर आप बगैर बताए वहां हरम में दाखिल हो जाएंगे, अपना वो अपने आप को कैमोफ्लेज करके, आपको कोई भी कंप्लेंट कर सकता है कि आप कादियानी हैं और आप मुसलमान नहीं हैं, तो आपको वो डिपोर्ट भी करेंगे और आपके हमारे पासपोर्ट पर बहुत से स्टैंप लोग करते हैं, हम हज करके हाँ, आते हैं, सब कुछ छुप के करके आते हैं। वारदात तो ईसाई भी जा सकता है, हिंदू भी जा सकता, छुप के जा सकता है। लेकिन चलिए, अगर ये आपकी है ना राय। ये करेगा, अगर ये करेगा, आप मैं बताएं ना, तस्वीरों के हिसाब से काम करो। मेरी आप बात भी सुने। अगर होते तो आप करते हैं ये काम। मेरी बात सुने, अगर आप सच्चे हैं तो जब आप एम्बेसी में वीजा अप्लाई करते हैं तो उनको बताएं भाई हम वो हैं जिनको नॉन मुस्लिम डिक्लेयर किया गया है, बट वी वांट टू गो। नहीं, यहाँ से तो We नहीं want to पूछते ना, visit कनाडा मक्का। से नहीं ये लोग पूछते। नहीं पूछते तो भी आपको आइडेंटिफिकेशन वहां जब मक्का में हरम, जब हिजाज में जाके कोई उतरे नहीं वहां पर पूछता, वो जद्दा में, आपकी तरह नहीं बैठे, वो कोई नहीं भाई पूछता। आपको खुद बताना चाहिए ना। अगर नहीं भी उन्होंने पूछा, उनको पूछना चाहिए कि मैं अगर चला बिल्कुल, जाऊं मेरी bombastic, कंप्लेंट तो नहीं you are होगी, right. क्या मैं जा सकता हूँ? हाँ। मेरी बात में कंप्लेंट कोई कर दे तो ऐसा ना हो मुझे पकड़ के तो वो डिपोर्ट कर दे। मेरा मतलब कहने का ये है कि ये जो फोटो शोटो लगाना और ये सारे काम, ये आपके ग्रुप में ज्यादा मौजूद हैं। हमारे भी ये नासमझ लोग कर रहे हैं, गलत है, हम उनको समझाते हैं भाई ये काम ना करो, ऐसा काम मत करो, बच्चों के साथ स्पेशली, बच्चों और औरतों के साथ। लेकिन बहरहाल अब मतलब हम क्या कह सकते हैं, बस लेकिन दुआई- मेरी अपनी राय, मैं ऐसा कभी सोच ना सकता हूँ क्योंकि आपने जमात अहमदिया को छोड़ना तो है नहीं, तो इनके लिए फिर दुआई कर सकते हैं आप कि इस गिरी हुई इखलाक से गिरी हुई कौम को, क्योंकि मैंने उनकी बात नहीं ना की। हाँ वो तो ठीक है, लेकिन मिर्जा साहब का तो दावा था ना कि मेरे फिरके के लोग दलाइल और सच्चाई के नूर से मुखालफों का मुंह बंद करेंगे। दलाइल पे ये तो आप बच्चों बात करते नहीं हैं आप। वो मसला तो ये बच्चों की है। पिक्चरें लगा रहे हैं, ये दलाइल हैं, बच्चों की तस्वीरें लगाना ये दलाइल है। यार मैं तो कह वो भी- चुका हूं कि वो अगर भी उन्होंने edit ऐसा कर- किया तो गलत किया। मैं तो साफ आपके सामने कह रहा हूं, मेरी जरूरत है, और अगर यहाँ ले आए साबित कर दे, मैं उसके सामने कह दूंगा उसको, मुझे तो कोई डर नहीं। वो किसी आपको बंदे मलक का। साहब भेज देंगे, वो आपको पर्सनल में भेज देंगे। मैं किसी से, देखिए मेरे सामने कोई, मैं किसी से नहीं डरता इन चीजों से। मैंने बैत की है हजरत मसीह मौद अलैहिस्सलाम की, रसूल पाक सल्लल्लाहु अलैहि वसल्लम के सदके। रसूल मेरा पाक सिर्फ सल्लल्लाहु अलैहि मामला वसल्लम वो ने है। तो खैर उनकी नहीं खबर दी थी। चलें आपने खैर बैत ये की है। एक डिफरेंस इन ओपिनियन है। अच्छा, ये मिर्जा साहब की पेशगोई है कि मेरे फिरके के लोग दलाइल और सच्चाई के नूर से मुखालफों के मुंह बंद कर देंगे? बिल्कुल है ये। आपको ये सच्ची होती हुई दिखाई दे रही, झूठी होती हुई? आपको क्या लग रहा है? मुझे तो ये साफ झूठी हुई, पिटती हुई दिखाई दे रही है। ये तो आपकी है ना राय, आप देखें अच्छा ना अभी। अच्छा, इसको ये तो सच्चा एक- साबित करते हैं, इसको सच्चा अभी साबित करते हैं, अभी चेक कर लेते हैं सच्ची होती है। कोई बंदा लाएंगे मेरे साथ बराबरी की सतह पर बात करने के लिए? क्या बात करेंगे बताएं आप? जो भी मौजूआत हैं हमारे इख्तलाफात हैं। मसलन किस मौजू पे बात करेंगे आप? एक मौजू बताएं। मिर्जा साहब का दावा झूठा है, कौन सा दावा? सारे दावे झूठे हैं, सारी पेशगोइयां झूठी कोई हैं। एक टॉपिक बताएं।
مرزا صاحب نے کہا ہے کہ میری سچائی کو، یار یہ کس کی آ رہی ہے آواز؟ آپ کی میرا مائک سے آ رہی ہے، ذرا ایک اچھا سیکنڈ۔ اچھا مرزا صاحب کا دعویٰ ہے کہ مجھے پرکھنے کا، میری سچائی کو پرکھنے کا سب سے محق امتحان وہ ہے میری پیش گوئیاں۔ اگر میری 100 میں سے ایک پیش گوئی بھی جھوٹی ہے تو میں جھوٹا ہوں، میں مرزا صاحب کو جھوٹا مانتا ہوں۔ آپ مرزا صاحب کو ان کی پیش گوئیاں پیش کر کے سچا ثابت کریں، لائیں میرے سامنے بہت بندہ۔ ساری ہیں، بہت ساری ہیں، بہت ہاں ہاں، وہ ساری بندہ جو لائیں، وہ بندہ لائیں، پھر چیک کریں، ایک ہی کر کے چیک کریں گے نا۔ انہوں نے کہا 100 میں سے ایک بھی جھوٹی ہوئی تو میں جھوٹا ہوں، یہ میں ان کی تحریر آپ کے سامنے رکھ دیتا ہوں۔ اچھا تو میں ایک تو بھی آپ اگر جھوٹی ہوسٹ ثابت ٹو کر ہوسٹ دوں، کریں گے یا کیسے کریں گے؟ جیسے آپ چاہیں، برابری ہونی چاہیے بس۔ ٹھیک ہو گیا، نو پرابلم، بات کرنے کے لیے تیار ہیں ہم۔ اگر اچھے انداز میں بات ہوتی ہے اور اس میں کوئی نہیں ہوتا تو کسی بھی ٹاپک پہ بات ہو سکتی ہے۔ آپ خود کریں گے یا کوئی بندہ لائیں گے؟ میں خود بھی کر سکتا ہوں، کوئی بندہ بھی لا سکتے ہیں۔ چلیں، اگر آپ خود کرنا چاہتے ہیں، ابھی میں سب کو نیچے اتارنے لگا ہوں، نہیں یہی ابھی تو نہیں، یہ تو اس کے لیے تو ٹائم طے کیا جائے گا باقاعدہ۔ بتائیں ٹائم کب کرنا چاہتے ہیں، کب کرنا چاہتے میں دیکھتا ہوں اگر کوئی اور بندہ ہو تو ہو سکتا ہے میں کسی اور کو پیش کر دوں۔ ہیں؟ اچھی بات ہے، اچھی بات ہے، یہ اچھی بات ہے، آپ دیکھ لیں کب تک ٹائم آپ کو دیا جائے، آپ بتائیں گے۔ ابھی 6:30 یورپ میں ہوئے ہیں اٹالین ٹائم کے مطابق۔ یہ تو بھی میں ابھی دوسری براڈ پہ جاؤں گا، ان سے بات کروں گا، ناصر صاحب سے بات کروں، مائٹ بھی ناصر صاحب آ جائیں، کون سے ناصر ناصر صاحب سے بات کروں گا، کون ہے ہمارے ایک ناصر صاحب ہیں۔ میرا مطلب ہے کل اس وقت تک آ کے بتا دیں گے؟ موسٹ پروبلی، یپ 24 گھنٹے ٹائم تو کافی میں ہوتا ہے سوچ نا۔ رہا ہوں کہ کون سا بندہ لایا جائے ہاں ہاں، بے شک اس بارے میں۔ آپ آپ ٹھنڈے دماغ سے سوچیں، آرام سے ٹھنڈے دماغ سے۔ راج صاحب یہ ناصر صاحب کو بتانا نہیں ہے کہ بات کس سے ہونی ہے۔ نہیں، یہ وہ ناصر نہیں ہے جو آپ جن کی بات سمجھ رہے ہیں۔ اگر کینیڈا والے ناصر صاحب کی جو میری طرح ٹرک چلاتے ہیں، اگر ان کی بات کر رہے ہیں تو وہ تو میرے ساتھ کر لیں گے بات، ان کو تو کوئی مسئلہ نہیں ہے، لیکن اس موضوع پر نہیں کریں گے، اس موضوع پر اچھا، نہیں اس کریں گے۔ موضوع پہ نہیں، وہ قرآن پاک پہ کریں گے۔ ہاں، وہ کچھ اور ہی باتیں کرتے ہیں۔ ہاں یہ تو ہے۔ ہمارے پاس ایک بمباسٹک صاحب بھی ہیں، ہمارے بڑے اچھے دوست ہیں، بڑے علم والے ہیں، یہ پیش گوئی میں کر لیں گے بات؟ کر سکتے ہیں، وہ کسی بھی ٹاپک پہ کر سکتے ہیں۔ یہ تو یہاں نیچے ہی بیٹھے ہوئے ہیں، عمر بھائی توہین کرائے گے، نیچے بیٹھے ہیں، توہین ہی ہوگی۔ یہ تو نیچے ہی بیٹھے ہوئے، ان سے پوچھ لیں، آپ میسج کر کے پوچھ لیں۔ اچھا، آپ یہ کہہ رہے ہیں کہ آپ نے اس موضوع پہ بات کرنی ہے کہ جو ان کی پیش گوئیاں ہیں، ہم آپ کو یہ ثابت کریں گے ان کی یہ پیش گوئیاں سچی ثابت ہوئی، رائٹ؟ نہیں، میں نے یہ ثابت کرنا ہے کہ 100 میں سے ایک پیش گوئی ان کی ایسا جھوٹی نہیں ہوتا، ثابت۔ پیش گوئیوں میں ایک چیز دیکھ لیں، یہ چیز نہیں ہوتی، اس کو سمجھنا پڑے گا اس عبارت کو۔ ہاں ہم ہاں، اگر یہ ثابت کر دیں، آپ کو 4 بھی کر دیں، 5 بھی ثابت کر دیں کہ پوری ہو گئی ہے، تو وہ بندہ جھوٹا نہیں ہو سکتا، نہیں 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 نہیں، یہ دلیل نہیں ہے، یہ کیونکہ آپ کی جھوٹ دلیل ہے، قرآن پاک کی دلیل ہے، قرآن راشد پاک صاحب، کی دلیل دوں گا آپ کو میں۔ ہاں وہ دیکھیں دیجیے ابھی میری بحث شروع نہیں ہوئی، قرآن پاک میں ہے کہ خدا تعالیٰ پہ جو ایک بھی چھوٹا سا جھوٹ بھی منسوب کرتا ہے نا، اس کو شرک سے پکڑا جاتا ہے۔ ٹھیک، اس کا مطلب آپ نے یہ لیا کہ اگر کسی بندے کی 4-5 باتیں صحیح ثابت ہو جائیں، 4-5 غلط ثابت ہو جائیں، تو پھر بھی وہ اللہ کوئی کی بھی طرف نہیں سے ہوگی، نبی وہ سمجھنے کا فرق ہوگا، اس کو اس معاملے کو دیکھنا پڑے تو اصل چیز یہ ہے نا، اصل چیز یہ ہے کہ اس کی کوئی بھی غلط نہیں ہونی چاہیے۔ نہیں، یہ کوئی معیار نہیں ہے، یہ مرزا صاحب نے معیار پیش کیا بھائی جان۔ غلط نہیں ہوتا، سم ٹائم وہ بعد کے زمانے میں پوری ہوتی ہیں، لیٹر آن پوری ہوتی ہیں، اور سم ٹائم ہمیں ان چیزوں کی سمجھ نہیں آتی، لیکن اگر کچھ ایسی چیزیں جو روز روشن کی طرف پوری ہو رہی ہیں اور نظر آ رہی ہیں دنیا کو، تو وہ بندہ جھوٹا نہیں ہو سکتا کیونکہ اس کی چیزیں وہ پوری ہو رہی ہیں۔ راشد صاحب، اگر وہ، میں عرض کر رہا ہوں کہ آپ کے نظر میں وہ بھی سچی ہوئیں اور وہ ہمیں نظر نہ آ رہی ہوں، سمجھ نہ آ رہی ہو، تو آپ اس کی وضاحت کر دیجیے کوشش گا تو نا۔ کریں گے نا ہم آپ کو سمجھانے کی۔ ہاں، یہی آپ کا کام، ورنہ میں تیری تبلیغ کو زمین کے کناروں تک پہنچاؤں گا، وہ آپ چھوٹی سی بات ہے، بہت ساری پہنچ گئی، باتیں آپ بیان یہ کر تو سکتے واضح ہیں۔ بات ہے، پہنچ گئی، دیکھیں آپ نا، کی ایک نظر چھوٹی میں، سی بات۔ آپ کی نظر میں بہت ساری پوری ہوئی ہیں، ہماری نظر میں ایک بھی پوری نہیں، لیکن ہم نے کوریا والی مرزا پوری صاحب ہو گئی، کی، ایک مرزا کوریا والی بھی ہے نا، بہت ساری مرزا صاحب کی وہ گول مول بھی ہیں اور اس طرح کی بھی ہیں، لیکن ہم کرتے ہیں بات اس اصول پر جو انہوں نے خود بیان کیا ہے کہ اگر 100 میں سے میری ایک بھی پیش گوئی جھوٹی ہو۔ اس تحریر کو پہلے مجھے دیکھنا پڑے گا، مجھے علم نہیں ہے جو آپ بات کر رہے ہیں انہوں نے کس حوالے سے لکھا ہے، اگر آپ مجھے حوالہ دیں میں پڑھ لوں اس کو۔ اچھا، میں ایک ایک کر کے دکھاتا لیکن ہوں آپ ایسے ہی میں کچے ہاتھ آپ کو نہیں، کو۔ بالکل ٹھیک ہے، یہ پہلے اصولی طور پر آپ کے سامنے ایک پہلے رینڈم میں اس کو گفتگو ہم کر سمجھ رہے لوں کہ ہیں، انہوں نے کیا کہا ہے حضور۔ ابھی مناظرہ شروع نہیں ہوا۔ یہ دیکھیں، ہاں یہ ہے آئینہ کمالات اسلام، ٹھیک ہے، یہ روحانی خزائن کی ہے 5ویں جلد، صفحہ نمبر ہے 288۔ آئینہ کمالات اسلام 288، رائٹ؟ ہاں، 5ویں جلد کا 288 صفحہ ہے۔ میں نکال کے پڑھ لیتا ہوں اس کو۔ ہاں، اس میں وہ کہہ رہے ہیں کہ بد خیال لوگوں کو واضح ہو کہ ہم، یہ پہلے والا حوالہ ہے، پھر میں دوسرا بھی دیتا ہوں۔ بد خیال لوگوں کو واضح ہو کہ ہمارا صدق یا کذب
जांचने के लिए हमारी पेशगोई से बढ़कर और कोई सर मोहिक सफ़ा नंबर एक दफ़ा और प्लीज़ रिपीट भी 288 ओके आप पढ़ते हैं ठीक। बदख्याल लोगों को वाजे हो कि हमारा सिदक या किज़ब जांचने के लिए हमारी पेशगोई से बढ़कर और कोई मोहिक इम्तिहान नहीं हो सकता। यानी वो कहते हैं कि अगर हमारा इम्तिहान आपने करना है कि मैं सच्चा हूं या झूठा हूं, तो पेशगोई से बढ़कर कोई मोहिक इम्तिहान और हो नहीं सकता। ये तो एक पहला हवाला हो गया। अब मैं आपको दूसरी बात पेश करने लगा हूं, जो दूसरी मैंने कही है। उन्होंने कहा कि 100 में से अगर एक पेशगोई भी झूठी साबित हुई तो मैं झूठा हूं।